ਸਰਬਜੀਤ ਧਾਲੀਵਾਲ ਜੀ, ਸਵਾਗਤ ਹੈ ਆਪ ਜੀ ਦਾ ਪ੍ਰੋਗਰਾਮ 'ਚ ਸ਼ਾਮਲ ਹੋਣ ਲਈ। ਮੇਰੇ ਵੱਲੋਂ ਸਾਰਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਜੀ। ਸਰਬਜੀਤ ਧਾਲੀਵਾਲ ਜੀ, ਆਖਰ ਫਿਲਮ ਸਟਾਰ ਸਨੀ ਦਿਓਲ ਲੱਭ ਹੀ ਗਿਆ, ਕਿਉਂਕਿ ਬੀਜੇਪੀ ਵਾਲੇ ਜਦੋਂ ਚੋਣ ਪ੍ਰਚਾਰ ਚੱਲ ਰਿਹਾ ਸੀ ਉਹਨੂੰ ਲੱਭਦੇ ਫਿਰ ਰਹੇ ਸੀ ਜਗ੍ਹਾ ਜਗ੍ਹਾ। ਉਹ ਲੱਭ ਨਹੀਂ ਸਿਰਿਆ, ਕਿਤੇ ਥਿਆ ਨਹੀਂ ਸਿਰਿਆ। ਬੰਬੇ ਪਤਾ ਨਹੀਂ ਕਿੱਥੇ ਛੁਪ ਗਿਆ ਜਾ ਕੇ। ਹੁਣ ਪੰਜਾਬ 'ਚ ਵੋਟਾਂ ਪੈ ਲਈਆਂ ਨੇ, ਪੂਰੀ ਤਰ੍ਹਾਂ ਜੋ ਵੋਟਰਾਂ ਦੀ ਕਿਸਮਤ ਹੈ ਡੱਬਿਆਂ 'ਚ ਬੰਦ ਹੋ ਗਈ ਹੈ, ਤੇ ਦੂਜੇ ਪਾਸੇ 10 ਮਾਰਚ ਨੂੰ ਨਤੀਜੇ ਵੀ ਐਲਾਨੇ ਜਾਣੇ ਨੇ। ਤੇ ਹੁਣ ਲੱਭਿਆ ਹੈ ਜਦੋਂ ਸਨੀ ਦਿਓਲ, ਉਹ ਕਹਿੰਦੇ ਹੁਣ ਕਹਿ ਰਿਹਾ ਵੀ ਮੈਂ 10 ਮਾਰਚ ਤੋਂ ਬਾਅਦ ਆਊਂਗਾ ਜਦੋਂ ਨਤੀਜੇ ਵੀ ਐਲਾਨੇ ਜਾਣੇ ਹੈਗੇ। ਇਸ ਨੂੰ ਕਿਵੇਂ ਲਿਆ ਜਾ ਰਿਹਾ ਹੈ? ਬੰਬੇ ਰਹਿ ਕੇ ਕੀ ਕਰ ਰਿਹਾ ਉਹ ਸਨੀ ਦਿਓਲ? ਇਸ ਦੇ ਬਾਰੇ ਵਿਸਥਾਰ ਨਾਲ ਦੱਸੋ। ਦੇਖੋ, ਸਨੀ ਦਿਓਲ ਜੀ ਹੁਣ ਅਖੀਰ ਨੂੰ ਬੋਲਿਆ ਤੇ ਮੇਰਾ ਖਿਆਲ ਹੈ ਕਿ ਉਹ ਜਦੋਂ ਲਾਸਟ ਟਾਈਮ ਆਇਆ ਸੀਗਾ 2020 ਚ ਆਇਆ ਸੀਗਾ, ਉਹ ਸਤੰਬਰ 2020 ਤੋਂ ਬਾਅਦ ਉਹ ਕਦੇ ਵੀ ਪੰਜਾਬ ਨਹੀਂ ਵੜਿਆ। तो ਹਿਸਾਬ ਲਾ ਲਓ ਕਿ ਤਕਰੀਬਨ ਡੇਢ ਸਾਲ ਹੀ ਹੋ ਗਿਆ ਤਕਰੀਬਨ। ਤੇ ਹੁਣ ਉਹਨੇ ਕਿਹਾ ਕਿ ਨਹੀਂ, ਮੈਂ ਤਾਂ ਪੰਜਾਬ ਨਾਲ ਪੂਰੀ ਤਰ੍ਹਾਂ ਇਨ ਟੱਚ ਹਾਂ। ਮੈਂ ਪੰਜਾਬ ਦੇ ਜਿੰਨੇ ਵੀ ਕੰਮ ਹੁੰਦੇ ਨੇ ਦਿੱਲੀ ਬਹਿ ਕੇ ਕਰਾਉਣਾ, ਮੈਂ ਬੰਬੇ ਬਹਿ ਕੇ ਪੰਜਾਬ ਦਾ ਪੂਰਾ ਖਿਆਲ ਰੱਖ ਰਿਹਾ ਹਾਂ। ਮੈਂ ਲੋਕਾਂ ਨਾਲ ਗੱਲਬਾਤ ਕਰਦਾ ਰਹਿਣਾ। ਇਸ ਤਰ੍ਹਾਂ ਦੀਆਂ ਗੱਲਾਂ ਉਹਨਾਂ ਨੇ ਕੀਤੀਆਂ ਨੇ। ਨਾਲ ਉਹਨਾਂ ਨੇ ਜਿਹੜੀ ਗੱਲ ਕਹੀ ਹੈ ਕਿ 40 ਬੱਚੇ ਉਸ ਦੇ ਹਲਕੇ ਦੇ ਗੁਰਦਾਸਪੁਰ ਜ਼ਿਲ੍ਹੇ ਦੇ ਜਿਹੜੇ ਹੈਗੇ ਨੇ ਉਹ ਯੂਕਰੇਨ ਵਿੱਚ ਫਸੇ ਹੋਏ ਨੇ। ਤਾਂ ਸਨੀ ਦਿਓਲ ਨੇ ਕਿਹਾ ਕਿ ਮੈਂ ਜਿਹੜੇ 40 ਬੱਚੇ ਨੇ ਇਹਨਾਂ ਨੂੰ ਵਾਪਸ ਲਿਆਉਣ ਵਾਸਤੇ ਜਿਹੜੇ ਆਪਣੇ ਵਿਦੇਸ਼ ਮੰਤਰੀ ਨੇ ਜੈ ਸ਼ੰਕਰ, ਉਹਨਾਂ ਨਾਲ ਗੱਲਬਾਤ ਕੀਤੀ ਹੈ ਤੇ ਮੈਂ ਉਹਨਾਂ ਨਾਲ ਇਨ ਟੱਚ ਹਾਂ। ਜਲਦੀ ਤੋਂ ਜਲਦੀ ਮੈਂ ਕੋਸ਼ਿਸ਼ ਕਰ ਰਿਹਾ ਕਿ ਉਹ ਬੱਚੇ ਵਾਪਸ ਗੁਰਦਾਸਪੁਰ ਪਹੁੰਚ ਜਾਣ। ਨਾਲ ਉਹਨਾਂ ਨੇ ਕਿਹਾ ਕਿ 10 ਮਾਰਚ ਤੋਂ ਬਾਅਦ ਮੈਂ ਪੰਜਾਬ ਜ਼ਰੂਰ ਆਵਾਂਗਾ ਤੇ ਚੋਣ ਨਤੀਜੇ ਜਦੋਂ ਆ ਗਏ ਉਸ ਤੋਂ ਬਾਅਦ ਮਤਲਬ ਮੈਂ ਪੰਜਾਬ ਫਿਰ ਆਪਣੇ ਹਲਕੇ ਵਿੱਚ ਮੈਂ ਜਾਵਾਂਗਾ। ਜਿਹੜੇ ਵੀ ਕੰਮਕਾਰ ਕੋਈ ਬਾਕੀ ਰਹਿੰਦੇ ਨੇ ਕਰਾਉਣ ਵਾਲੇ ਡਿਵੈਲਪਮੈਂਟ ਦੇ ਵਿਕਾਸ ਦੇ, ਉਹ ਮੈਂ ਕਰਵਾਵਾਂਗਾ। ਤੇ ਨਾਲ ਉਹਨਾਂ ਨੇ ਹੋਰ ਵੀ ਗੱਲਾਂ ਕੀਤੀਆਂ ਨੇ ਕਿ ਮੈਂ ਇੰਨੇ 1000 ਰੁਪਏ ਜਿਹੜੇ ਹੈਗੇ ਨੇ ਹੁਣ ਤੱਕ ਪਿੰਡਾਂ ਵਿੱਚ ਵੰਡ ਚੁੱਕਿਆ, ਪਿੰਡਾਂ ਦੀਆਂ ਪੰਚਾਇਤਾਂ ਦੇ ਚੁੱਕਿਆ, ਗ੍ਰਾਂਟਾਂ ਦੇ ਚੁੱਕਿਆ। ਜਿਹੜੇ MP ਫੰਡ ਦੇ ਪੈਸੇ ਹੁੰਦੇ ਨੇ ਉਹਨਾਂ ਵਿੱਚੋਂ ਜਿਹੜੀ ਵੀ ਕੋਈ ਰਿਲੀਜ਼ ਗ੍ਰਾਂਟਸ ਵਗੈਰਾ ਹੁੰਦੀਆਂ ਨੇ ਉਹਦਾ ਵੀ ਜ਼ਿਕਰ ਜਿਹੜਾ ਸਨੀ ਦਿਓਲ ਨੇ ਕੀਤਾ ਹੈਗਾ। ਤੇ ਨਾਲ ਦੀ ਨਾਲ ਉਹਨੇ ਕਿਹਾ ਕਿ ਮੈਂ ਜਿਹੜਾ ਹਮੇਸ਼ਾ ਹੀ ਪੰਜਾਬ ਦੇ ਲੋਕਾਂ ਦੇ ਨਾਲ ਕਹਿੰਦਾ ਮਤਲਬ ਸੰਪਰਕ ਵਿੱਚ ਰਹਿਣਾ, ਖਾਸ ਕਰਕੇ ਮੈਂ ਆਪਣੇ ਹਲਕੇ ਦੇ ਲੋਕਾਂ ਨਾਲ ਸੰਪਰਕ ਵਿੱਚ ਰਹਿਣਾ। ਉੱਥੇ ਇੱਕ ਜੋਸ਼ੀ ਨਾਂ ਦਾ ਉਹਨਾਂ ਦਾ PA ਹੈਗਾ, ਕਹਿੰਦਾ ਮੈਂ ਉਹਨਾਂ ਨਾਲ ਰੋਜ਼ ਗੱਲ ਕਰਦਾ ਤੇ ਮੈਂ ਪੁੱਛਦਾ ਰਹਿਣਾ ਵੀ ਕਿੱਥੇ ਕਿਹੜੀ ਚੀਜ਼ ਦੀ ਜ਼ਰੂਰਤ ਹੈ, ਉਹ ਮੈਂ ਪੂਰੀ ਕਰਦਾ ਰਹਿਣਾ। ਤੁਹਾਨੂੰ ਯਾਦ ਹੀ ਹੋਣਾ ਕਿ ਜਦੋਂ ਇਹ ਪਿਛਲੀਆਂ ਚੋਣਾਂ ਚੱਲ ਰਹੀਆਂ ਸੀ ਪੰਜਾਬ ਵਿੱਚ ਵਿਧਾਨ ਸਭਾ ਦੀਆਂ ਪੋਲਿੰਗ ਤੋਂ ਪਹਿਲਾਂ, ਭਾਜਪਾ ਨੇ ਬੜੀ ਕੋਸ਼ਿਸ਼ ਕੀਤੀ ਕਿ ਸਨੀ ਦਿਓਲ ਆ ਜਾਵੇ, ਪਰ ਸਨੀ ਦਿਓਲ ਕਿਤੋਂ ਲੱਭੇ ਹੀ ਨਹੀਂ। ਤੇ ਲੋਕਾਂ 'ਚ ਜੇ ਆ ਵੀ ਜਾਂਦਾ, ਮੇਰਾ ਖਿਆਲ ਹੈ ਕਿ ਹੋ ਸਕਦਾ ਕਿ ਉਹਨੂੰ ਕਿਤੇ ਨਾ ਕਿਤੇ ਲੋਕ ਕਾਲੇ ਝੰਡੇ ਵੀ ਜ਼ਰੂਰ ਦਿਖਾਉਂਦੇ, ਕਿਉਂਕਿ ਉਹ ਤਾਂ ਆਪਣੇ ਹਲਕੇ ਵਿੱਚ ਵੜਦੇ ਹੀ ਨਹੀਂਗਾ। ਤੇ ਲੋਕਾਂ ਨੇ ਕਈ ਵਾਰ ਉਹ ਇਸ਼ਤਿਹਾਰ ਵੀ ਉਹਦੇ ਲਾ ਚੁੱਕੇ ਨੇ। ਗੁੰਮਸ਼ੁਦਾ ਦੀ ਭਾਲ ਦੇ ਇਸ਼ਤਿਹਾਰ ਬਹੁਤ ਵਾਰੀ ਉਸ ਦੇ ਹਲਕੇ ਵਿੱਚ ਲੱਗ ਚੁੱਕੇ ਨੇ ਗੁਰਦਾਸਪੁਰ ਦੇ ਏਰੀਏ ਵਿੱਚ, ਤੇ ਲੋਕ ਹੁਣ ਉਹਦਾ ਮਖੌਲ ਵੀ ਉਡਾਉਂਦੇ ਨੇ। ਸੋ ਇਸ ਕਰਕੇ ਮਤਲਬ ਜਦੋਂ ਲੋਕ ਹੀਰੋਆਂ ਨੂੰ ਚੁਣ ਤਾਂ ਲੈਂਦੇ ਨੇ ਕਈ ਵਾਰੀ, ਤੇ ਬਾਅਦ ਵਿੱਚ ਲੋਕਾਂ ਨੂੰ ਇਸ ਤਰ੍ਹਾਂ ਦੇ ਹਾਲਾਤ ਦਾ ਸਾਹਮਣਾ ਵੀ ਕਰਨਾ ਪੈਂਦਾ ਹੈਗਾ। ਸਨੀ ਦਿਓਲ ਦਾ ਵੀ ਮਸਲਾ ਇਹੀ ਹੈ। ਭਾਜਪਾ ਚਾਹੁੰਦੀ ਸੀ ਵੀ ਇਹ ਉੱਥੇ ਆਪਣੇ ਘੱਟੋ ਘੱਟ ਗੁਰਦਾਸਪੁਰ ਦੇ ਜਿਹੜੇ 8-10 ਹਲਕੇ ਹੈਗੇ, ਮਤਲਬ ਵੀ ਨਾਲ ਗੁਰਦਾਸਪੁਰ ਦੇ ਹੁਸ਼ਿਆਰਪੁਰ ਦੇ ਹਲਕੇ ਵੀ ਹੈਗੇ ਨੇ, ਉਹਨਾਂ ਵਿੱਚ ਪ੍ਰਚਾਰ ਕਰੇ। ਤੇ ਉਸ ਦਿਨ ਆਏ ਨਹੀਂ ਉਹ। ਪ੍ਰਾਈਮ ਮਿਨਿਸਟਰ ਆਏ ਸੀਗੇ, ਪ੍ਰਾਈਮ ਮਿਨਿਸਟਰ ਨੇ ਰੈਲੀ ਕੀਤੀ ਸੀ ਪਠਾਨਕੋਟ। ਉਹਦੇ ਹਲਕਾ ਸੀ। ਆਮ ਤੌਰ ਤੇ ਹੁੰਦਾ ਹੈ ਕਿ ਹਲਕੇ ਦਾ ਜਿਹੜਾ MP ਹੁੰਦਾ ਹੈ ਤੇ ਜਿਹੜੇ ਹੁੰਦਾ ਉਹ ਰਿਸੀਵ ਕਰਦਾ ਹੁੰਦਾ ਜੇ ਉਸ ਪਾਰਟੀ ਦਾ ਹੋਵੇ, ਤੇ ਨਾਲ ਉਹ ਬੋਲਦਾ ਵੀ ਹੈ, ਸਵਾਗਤ ਵੀ ਕਰਦਾ ਹੈ। ਪਰ ਸਨੀ ਦਿਓਲ ਜੀ ਤਾਂ ਕਿਤੇ ਲੱਭੇ ਨਹੀਂ, ਕਦੇ ਆਏ ਨਹੀਂ ਉੱਥੇ। ਸੋ ਇਸ ਤਰ੍ਹਾਂ ਦੀਆਂ ਗੱਲਾਂ ਬਾਤਾਂ ਕਾਫੀ ਦੇਰ ਤੋਂ ਚੱਲ ਰਹੀਆਂ ਸੀਗੀਆਂ। ਹੁਣ ਸਨੀ ਦਿਓਲ ਨੇ ਫਿਰ ਆਪਣੀ ਚੁੱਪ ਤੋੜੀ ਹੈ ਕਿ ਕਿਹਾ ਕਿ ਮੈਂ 10 ਮਾਰਚ ਤੋਂ ਬਾਅਦ ਜ਼ਰੂਰ ਪੰਜਾਬ 'ਚ ਆਵਾਂਗਾ ਤੇ ਲੋਕਾਂ ਨੂੰ ਮਿਲਾਂਗਾ। ਜੋ ਵੀ ਲੋਕਾਂ ਦਾ ਡਿਵੈਲਪਮੈਂਟ ਦੇ ਵਿਕਾਸ ਦੇ ਕੰਮ ਆ ਉਹ ਮੈਂ ਆਲਰੇਡੀ ਕਰਵਾ ਵੀ ਰਿਹਾ, ਤੇ ਹੋਰ ਵੀ ਜਿਹੜੇ ਵੀ ਕੰਮ ਰਹਿੰਦੇ ਨੇ ਬਾਕੀ ਉਹਨਾਂ ਦੀ ਤੇਜ਼ੀ ਲਿਆਵਾਂਗਾ। ਗੱਲਬਾਤ ਇਹ ਲੱਗ ਰਹੀ ਹੈ ਕਿ ਮੇਰਾ ਖਿਆਲ ਹੈ ਕਿ ਹੋ ਸਕਦਾ ਇਹਨੇ ਹਾਈ ਕਮਾਂਡ ਨੇ ਜਿਹੜੀ BJP ਨੇ ਕਿਹਾ ਹੋਵੇ ਵੀ ਤੂੰ ਭਾਈ ਉੱਥੇ ਜਾਇਆ ਕਰ, ਕਿਉਂ ਸਾਡੀ ਬੇਇੱਜ਼ਤੀ ਕਰਵਾ ਰਿਹਾ ਹੈ। ਪਾਰਟੀ ਦੀ ਵੀ ਬਦਨਾਮੀ ਹੁੰਦੀ ਹੈ, ਨਾਲ ਜਿਹੜੀ ਪਾਰਟੀ ਨੇ ਟਿਕਟ ਦਿੱਤੀ ਹੋਵੇ ਉਹਨੂੰ ਵੀ ਨੁਕਸਾਨ ਪਹੁੰਚਦਾ ਵੀ ਤੁਸੀਂ ਇੱਕ ਇਹੋ ਜਿਹੇ ਬੰਦੇ ਨੂੰ ਟਿਕਟ ਦੇਤੀ ਜਿਹੜਾ ਮੁੜ ਕੇ ਹਲਕੇ ਵਿੱਚ ਵੜੇ ਹੀ ਨਹੀਂ ਹੈਗਾ। ਪਹਿਲਾਂ ਆਪਾਂ ਨੂੰ ਧਰਮਿੰਦਰ ਦੀ ਉਦਾਹਰਨ ਵੀ ਯਾਦ ਹੈ ਕਿ ਉਹ ਬੀਕਾਨੇਰ ਤੋਂ ਉਹਨੂੰ ਟਿਕਟ ਦਿੱਤੀ ਸੀ, ਉਹ ਗਿਆ ਹੀ ਨਹੀਂ। ਜਦੋਂ ਵੀ ਕਦੇ ਗਿਆ ਉੱਥੇ ਹੋਟਲ ਸੀਗਾ ਉੱਥੇ ਬੀਕਾਨੇਰ, ਉਹ ਹੋਟਲ ਵਿੱਚ ਹੀ ਬੈਠਾ ਰਹਿੰਦਾ ਸੀ, ਕਿਤੇ ਬਾਹਰ ਬੂਰ ਲੋਕਾਂ ਨੂੰ ਮਿਲਣ ਘੱਟ ਹੀ ਜਾਂਦਾ ਸੀਗਾ। ਤਾਂ ਇਹੀ ਹਾਲ ਸਨੀ ਦਿਓਲ ਦਾ ਹੈ।
ਮੇਰਾ ਖਿਆਲ ਪਾਰਟੀ ਹਾਈ ਕਮਾਂਡ ਨੇ ਕਿਹਾ ਕਿ ਜੇ ਤੂੰ ਦੁਬਾਰਾ ਉੱਥੋਂ ਚੋਣ ਲੜਨੀ ਹੈਗੀ ਗੁਰਦਾਸਪੁਰ ਤੋਂ ਤਾਂ ਫਿਰ ਤੂੰ ਆਪਣੀ ਹਲਕੇ ਵਿੱਚ ਜਾਇਆ ਕਰ ਤੇ ਉੱਥੇ ਕੰਮਕਾਰ ਦੇ ਜਿਹੜੇ ਕਰਾਉਣ ਵਾਲੇ ਆ ਉਹਨਾਂ ਦਾ ਤੂੰ ਲਿਸਟ ਬਣਾ ਕੇ ਲਿਆ। ਪਹਿਲਾਂ ਵੀ ਇੱਕ ਦੋ ਵਾਰੀ ਜਦੋਂ ਆਇਆ ਸੀ ਉਦੋਂ ਇਹ ਲਿਸਟਾਂ ਬਣਾ ਕੇ ਲੈ ਗਿਆ ਸੀਗਾ ਦਿੱਲੀ, ਤੇ ਅਰੁਣ ਜੇਟਲੀ ਨਾਲ ਜਦੋਂ ਅਰੁਣ ਜੇਟਲੀ ਸੀਗੇ ਉਦੋਂ ਅਰੁਣ ਜੇਟਲੀ ਨਾਲ ਇਹਨਾਂ ਨੇ ਗੱਲਬਾਤ ਕੀਤੀ ਸੀਗੀ ਤੇ ਮੁੜ ਕੇ ਪਰ ਦਿਖਾਈ ਨਹੀਂ ਦਿੱਤੇ। ਮੇਰਾ ਖਿਆਲ ਹੈ ਕਿ ਹੁਣ ਪਾਰਟੀ ਨੇ ਕੁਛ ਨਾ ਕੁਛ ਇਹਨੂੰ ਜ਼ਰੂਰ ਹਦਾਇਤ ਕੀਤੀ ਹੋਣੀ, ਖਾਸ ਕਰਕੇ ਪ੍ਰਾਈਮ ਮਿਨਿਸਟਰ ਨੇ ਗੱਲ ਠਾਈ ਹੋਣੀ, ਕਿਉਂਕਿ ਜਦੋਂ ਪ੍ਰਾਈਮ ਮਿਨਿਸਟਰ ਦੀ ਰੈਲੀ ਸੀ ਜਦੋਂ ਉੱਥੇ ਹੀ ਨਹੀਂ ਆਇਆ ਤਾਂ ਪ੍ਰਾਈਮ ਮਿਨਿਸਟਰ ਨੇ ਜ਼ਰੂਰ ਪੁੱਛਿਆ ਹੋਣਾ ਵੀ ਆਪਣੇ ਹਲਕੇ ਦਾ MP ਕਿੱਥੇ ਹੈ ਇਸ ਇਲਾਕੇ ਦਾ। ਤਾਂ ਉਸ ਤੋਂ ਬਾਅਦ ਮੈਨੂੰ ਇਹ ਲੱਗ ਰਿਹਾ ਕਿ ਕਹਿੰਦੇ ਪਾਰਟੀ ਨੇ ਕੁਛ ਨਾ ਕੁਛ ਇਹਨੂੰ ਜ਼ਰੂਰ ਕਿਹਾ ਤੇ ਉਸ ਤੋਂ ਬਾਅਦ ਹੀ ਜਿਹੜੀ ਫਿਰ ਇਹਨਾਂ ਨੇ ਜਿਹੜਾ ਅੱਜ ਕਿਹਾ ਹੈ ਕਿ ਮੈਂ ਪੰਜਾਬ ਆਵਾਂਗਾ 10 ਮਾਰਚ ਤੋਂ ਚੋਣਾਂ ਦੇ ਨਤੀਜੇ ਤੋਂ ਬਾਅਦ ਆਵਾਂਗਾ, ਮੈਂ ਕੰਮਕਾਰ ਕਰਵਾ ਰਿਹਾ, ਮੈਂ ਬੱਚੇ ਵਾਪਸ ਲਿਆਉਣ ਦੇ ਯਤਨ ਕਰ ਰਿਹਾ, ਇਸ ਤਰ੍ਹਾਂ ਦੀ ਗੱਲ ਜਿਹੜੀ ਹੈਗੀ ਹੈ ਉਹ ਹੁਣ ਸਾਹਮਣੇ ਆਈ ਹੈ। ਦੇਖੋ ਕਦੋਂ ਆਉਂਦੇ ਨੇ ਸਨੀ ਦਿਓਲ ਜੀ। ਇਹ ਲੋਕ ਮੇਰਾ ਖਿਆਲ ਹੈ ਕਿ ਉੱਥੇ ਗੁਰਦਾਸਪੁਰ ਦੇ ਅੱਡੀਆਂ ਚੱਕ ਹੀ ਡੀਕ ਰਹੇ ਹੋਣੇ, ਨਾਲੇ ਉਹਨਾਂ ਦੇ ਸਮਰਥਕ ਨੇ ਡੀਕ ਰਹੇ ਹੋਣੇ, ਮੇਰੇ ਖਿਆਲ ਵਿਰੋਧੀ ਵੀ ਡੀਕ ਰਹੇ ਹੋਣ ਵੀ ਆਓ ਉਹਨਾਂ ਦਾ ਸਵਾਗਤ ਕਰੀਏ, ਵੀ ਉਹਨਾਂ ਦੇ ਵਿਰੁੱਧ ਜੇ ਕੋਈ ਮੁਜ਼ਾਹਰਾ ਕਰਨ ਦੀ ਲੋੜ ਪਈ ਮੇਰਾ ਖਿਆਲ ਹੈ ਵਿਰੋਧੀ ਤਾਂ ਫਿਰ ਇਹੀ ਕੰਮ ਕਰਨਗੇ ਨਾ, ਕਿਉਂਕਿ ਉਹਨਾਂ ਨੂੰ ਤਾਂ ਬਹਾਨਾ ਮਿਲ ਜਾਏਗਾ ਕਿ ਇਹਨਾਂ ਨੂੰ ਜਦੋਂ ਆਉਣ ਤਾਂ ਕਾਲੇ ਕੂਲੇ ਝੰਡੇ ਦਿਖਾਏ ਜਾਣ ਜੀ। ਨਵਜੋਤ ਸਿੱਧੂ ਦੀ ਗੱਲ ਕਰ ਲਈਏ ਹੁਣ। ਨਵਜੋਤ ਸਿੱਧੂ ਦੀਆਂ ਮੁਸ਼ਕਲਾਂ ਵੱਧ ਰਹੀਆਂ ਨੇ। ਕੋਈ ਇਹਦਾ ਪੁਰਾਣਾ ਕੇਸ ਸੀ, ਕਹਿੰਦੇ ਸੁਪਰੀਮ ਕੋਰਟ ਨੇ ਉਸ ਤੋਂ ਜਵਾਬ ਮੰਗਿਆ ਹੈਗਾ, ਉਹ ਕਿਹੜਾ ਕੇਸ ਸੀਗਾ? ਇਹ ਉਹੀ ਜਿਹੜਾ 33 ਸਾਲ ਪੁਰਾਣਾ ਕੇਸ ਹੈਗਾ। ਪਟਿਆਲੇ ਵਿੱਚ ਇੱਕ ਬੰਦਾ ਇਹਨਾਂ ਨਾਲ ਧੱਕਾ ਮੁੱਕੀ ਹੋਏ ਸੀ ਤੇ ਉਹ ਬੰਦੇ ਦੀ ਮੌਤ ਹੋ ਗਈ ਸੀਗੀ। ਉਸ ਤੋਂ ਬਾਅਦ ਇਹ ਕੇਸ ਚੱਲਿਆ ਤਾਂ ਇਹ ਲੋਅਰ ਕੋਰਟ ਵਿੱਚ ਜਿਹੜੀ ਜ਼ਿਲ੍ਹਾ ਅਦਾਲਤ ਵਿੱਚ ਹੈ ਉੱਥੋਂ ਦਾ ਬਰੀ ਹੋ ਗਏ ਸੀ। ਬਾਅਦ ਵਿੱਚ ਪਰ ਹਾਈ ਕੋਰਟ ਜਦੋਂ ਕੇਸ ਆਇਆ ਤਾਂ ਹਾਈ ਕੋਰਟ ਵਿੱਚ ਫਿਰ ਇਹਨਾਂ ਨੂੰ 1999 ਵਿੱਚ ਸਜ਼ਾ ਹੋ ਗਈ ਸੀਗੀ। 3 ਸਾਲ ਦੀ ਸਜ਼ਾ ਹੋਈ ਸੀ, ਨਾਲ 1 ਲੱਖ ਰੁਪਇਆ ਜੁਰਮਾਨਾ ਵੀ ਹੋਇਆ ਸੀਗਾ। ਉਦੋਂ ਜਿਹੜਾ ਕੇਸ ਦੀ ਜਿਹੜੀ ਸੈਕਸ਼ਨ ਸੀਗੀ ਉਹ ਹੋਮਿਸਾਈਡ ਦੇ ਸੈਕਸ਼ਨ ਥੱਲੇ ਇਹਨਾਂ ਨੂੰ ਸਜ਼ਾ ਹੋਈ ਸੀਗੀ। ਕਤਲ ਮਤਲਬ ਉਹ ਰਾਤ ਦਾ ਇੱਕ ਕਤਲ ਕੇਸ ਹੀ ਲੱਗਿਆ ਸੀ। ਆਹ ਮਤਲਬ ਪ੍ਰੋਪਰ ਕਤਲ ਕੇਸ ਨਹੀਂ ਹੁੰਦਾ, ਉਹ ਸਿੱਧਾ ਉਹ ਇੱਕ ਹੋਮਿਸਾਈਡ ਦਾ ਕੇਸ ਗਿਣਿਆ ਜਾਂਦਾ ਹੈ। ਤਾਂ ਉਸ ਕੇਸ ਵਿੱਚ ਇਹਨਾਂ ਨੂੰ ਸਜ਼ਾ ਹੋਈ ਸੀ। ਮੁੜ ਕੇ ਸੁਪਰੀਮ ਕੋਰਟ 'ਚ ਚਲੇ ਗਏ ਉਸ ਸਜ਼ਾ ਦੇ ਖਿਲਾਫ। ਸੁਪਰੀਮ ਕੋਰਟ ਵਿੱਚ ਇਹਨਾਂ ਨੂੰ ਉਹ ਕਤਲ ਕੇਸ ਨਹੀਂ, ਇੱਕ ਮਾਮੂਲੀ ਸੱਟ ਦੇ ਕੇਸ ਵਿੱਚ ਸਜ਼ਾ ਹੋਈ। ਉਹ ਵੀ ਸਜ਼ਾ ਕੁਛ ਵੀ ਨਹੀਂ ਹੋਈ, ਜੁਰਮਾਨਾ ਹੀ ਹੋਇਆ ਸਿਰਫ 1000 ਰੁਪਇਆ। ਹਾਲਾਂਕਿ ਉਹਦੇ ਵਿੱਚ ਜਿਹੜੀ ਮਾਮੂਲੀ ਸੱਟ ਹੈਗੀ 323 ਅੰਡਰ ਉਹ 'ਚ 1 ਸਾਲ ਦੀ ਮੇਰਾ ਖਿਆਲ ਸਜ਼ਾ ਵੀ ਹੋ ਸਕਦੀ ਹੈ ਤੇ ਨਾਲ ਜੁਰਮਾਨਾ ਵੀ ਹੋ ਸਕਦਾ, ਦੋਨੇ ਇਕੱਠੇ ਹੋ ਸਕਦੇ ਨੇ। ਪਰ ਕੋਰਟ ਨੇ ਜਿਹੜੀ ਸੁਪਰੀਮ ਕੋਰਟ ਨੇ 1000 ਰੁਪਏ ਇਹਨਾਂ ਨੂੰ ਜੁਰਮਾਨਾ ਕਰਕੇ ਉਸ ਵੇਲੇ ਛੱਡਤਾ ਸੀਗਾ 323 ਦੇ ਸੈਕਸ਼ਨ 323 ਦੇ ਅੰਡਰ। ਹੁਣ ਜਿਹੜੇ ਵਾਰਸ ਸੀਗੇ ਉਹ ਬੰਦੇ ਜਿਹੜੇ ਦੀ ਡੈਥ ਹੋਈ ਸੀਗੀ ਉਹਨੇ ਦੁਬਾਰਾ ਪਟੀਸ਼ਨ ਸੁਪਰੀਮ ਕੋਰਟ 'ਚ ਪਾਈ ਹੈ ਕਿ ਇਹਨੂੰ ਗੰਭੀਰ ਮਸਲੇ ਦੇ ਤੌਰ ਤੇ ਹੀ ਗੰਭੀਰ ਜੁਰਮ ਦੇ ਤਹਿਤ ਹੀ ਸਜ਼ਾ ਹੋਣੀ ਚਾਹੀਦੀ ਹੈ, ਨਾ ਕਿ ਮਾਮੂਲੀ ਸੱਟ ਦੇ ਤਹਿਤ ਹੋਣੀ ਚਾਹੀਦੀ ਹੈ। ਮਤਲਬ ਉਹਨੇ ਕਹਿ ਕੇ ਇਹਨੂੰ ਹੋਮਿਸਾਈਡ ਕੇਸ ਹੀ ਟ੍ਰੀਟ ਕੀਤਾ ਜਾਣਾ ਚਾਹੀਦਾ ਹੈ, ਨਾ ਕਿ ਮਾਮੂਲੀ ਸੱਟ ਦਾ ਕੇਸ। ਤਾਂ ਇਸ ਲਈ ਜਿਹੜੀਆਂ ਨਵਜੋਤ ਸਿੰਘ ਸਿੱਧੂ ਦੀਆਂ ਮੇਰਾ ਖਿਆਲ ਹੈ ਕਿ ਮੁਸ਼ਕਲਾਂ ਵੱਧ ਸਕਦੀਆਂ ਨੇ। ਤੇ ਜਿਹੜੀ ਹਾਈ ਕੋਰਟ ਦਾ ਡਬਲ ਬੈਂਚ ਹੈਗਾ, ਜਿਹੜਾ ਸੁਪਰੀਮ ਕੋਰਟ ਦਾ ਡਬਲ ਬੈਂਚ ਹੈਗਾ, ਸੁਪਰੀਮ ਕੋਰਟ ਦੇ ਡਬਲ ਬੈਂਚ ਨੇ ਕਿਹਾ ਕਿ ਤੁਸੀਂ ਆਪਣਾ ਇਹਦੇ ਬਾਰੇ ਜਿਹੜੀ ਪਟੀਸ਼ਨ ਪਾਈ ਹੈ ਵਾਰਸਾਂ ਨੇ ਜਿਹਦੇ ਬੰਦੇ ਦੀ ਮੌਤ ਹੋਈ ਸੀ ਉਹਦਾ ਜਵਾਬ ਦਿਓ ਕਿ ਇਹਦਾ ਕਿਉਂ ਨਾ ਘੇਰਾ ਵਧਾਇਆ ਜਾਵੇ, ਜਿਹੜਾ ਤੁਹਾਡਾ ਅਫੈਂਸ ਹੈ, ਜਿਹੜਾ ਤੁਹਾਡਾ ਜੁਰਮ ਹੈ ਉਹਦਾ ਘੇਰਾ ਕਿਉਂ ਨਾ ਵਧਾਇਆ ਜਾਵੇ। ਮਤਲਬ 323 ਤੋਂ ਬਦਲ ਕੇ ਇਹਨੂੰ ਕਿਉਂ ਨਾ ਹੋਮਿਸਾਈਡ ਦੇ ਤਹਿਤ ਤੁਹਾਨੂੰ ਸਜ਼ਾ ਦੀ ਜਿਹੜੀ ਤੁਹਾਡੇ ਖਿਲਾਫ ਕਾਰਵਾਈ ਹੋਣੀ ਚਾਹੀਦੀ ਹੈ। ਇਸ ਤਰ੍ਹਾਂ ਦਾ ਜਵਾਬ ਮੰਗਿਆ ਹੈ। ਜਿਹੜਾ ਸਿੱਧੂ ਸਾਹਿਬ ਦਾ ਵਕੀਲ ਆ ਉਹ ਚਿਦੰਬਰਮ ਹੈਗਾ, ਜਿਹੜੇ ਪੁਰਾਣੇ ਆਪਣੇ ਜੂਨੀਅਰ ਕੇਂਦਰੀ ਫਾਈਨਾਂਸ ਮਿਨਿਸਟਰ ਰਹੇ ਨੇ, ਉਹਨਾਂ ਨੇ ਤਾਂ ਕਿਹਾ ਕਿ ਨਹੀਂ ਜੀ, ਜਿਹੜੇ ਵਾਰਸਾਂ ਨੇ ਤਾਂ ਕਿਹਾ ਕਿ ਇਹ ਸਜ਼ਾ ਦੇ ਦੁਬਾਰਾ ਗੌਰ ਹੋਣਾ ਚਾਹੀਦਾ, ਨਾ ਕਿ ਉਹਨਾਂ ਨੇ ਘੇਰਾ ਵਧਾਉਣ ਦੀ ਕੋਈ ਗੱਲ ਨਹੀਂ ਕੀਤੀ। ਪਰ ਕੋਰਟ ਨੇ ਕਿਹਾ ਕਿ ਨਹੀਂ, ਤੁਸੀਂ ਆਪਣਾ 2 ਹਫ਼ਤਿਆਂ ਦੇ ਅੰਦਰ ਇਹਦਾ ਜਵਾਬ ਦਾਖਲ ਕਰੋ। ਤੇ ਨਾਲ ਹੀ ਮੇਰਾ ਖਿਆਲ ਹੈ ਕਿ ਹੁਣ ਜਿਹੜਾ ਇਹ ਕੇਸ ਹੈਗਾ ਸੁਣਵਾਈ ਵਾਸਤੇ 2 ਹਫ਼ਤਿਆਂ ਤੋਂ ਬਾਅਦ ਆਏਗਾ। ਮਾਰਚ ਦੇ ਕਹਿ ਲਓ ਜੀ ਸੈਕੰਡ ਵੀਕ ਦੁਬਾਰਾ ਇਸ ਕੇਸ ਤੇ ਸੁਣਵਾਈ ਚੱਲੇਗੀ। ਸੋ ਮੇਰੇ ਨੂੰ ਲੱਗ ਰਿਹਾ ਹੈ ਕਿ ਜਿਸ ਤਰ੍ਹਾਂ ਦਾ ਕੋਰਟ ਨੇ ਆਬਜ਼ਰਵੇਸ਼ਨ ਦਿੱਤੀਆਂ ਨੇ ਉੱਥੇ ਕਿਹਾ ਹੈ, ਤਾਂ ਉਸ ਤੋਂ ਬਾਅਦ ਲੱਗ ਸਕਦਾ ਹੈ ਕਿ ਇਹਨਾਂ ਦੀਆਂ ਮੁਸ਼ਕਲਾਂ ਵਿੱਚ ਨਵਜੋਤ ਸਿੰਘ ਸਿੱਧੂ ਦੀਆਂ ਮੁਸ਼ਕਲਾਂ 'ਚ ਵਾਧਾ ਹੋ ਸਕਦਾ ਹੈ ਜੀ। ਹੁਣ ਆਪਾਂ ਬਿਕਰਮ ਸਿੰਘ ਮਜੀਠੀਆ ਦੀ ਗੱਲ ਕਰਦੇ ਹਾਂ, ਜਿਹੜਾ 23 ਤਰੀਕ ਨੂੰ ਉਹਨਾਂ ਨੇ ਮੁੜ ਪੇਸ਼ੀ ਹੋਈ ਹੈ, 23 ਤੱਕ ਸੀਗੇ, 24 ਨੂੰ ਪੇਸ਼ੀ ਹੋਈ ਹੈ ਤੇ ਕਹਿੰਦੇ ਵੀ ਉਹਦੀ ਜ਼ਮਾਨਤ ਦੀ ਅਰਜੀ ਰੱਦ ਕਰ ਦਿੱਤੀ ਗਈ ਹੈ ਤੇ ਫਿਰ ਹੁਣ ਫੇਰ ਮੁੜ ਕੇ ਜੇਲ੍ਹ ਦੀ ਹਵਾ ਖਾਣੀ ਪੈਣੀ ਹੈ ਬਿਕਰਮ ਮਜੀਠੀਆ ਨੂੰ। ਬਿਲਕੁਲ ਜੀ, ਉਹਨਾਂ ਦੀ ਜ਼ਮਾਨਤ ਦੀ ਅਰਜੀ ਜਿਹੜੀ ਹੈਗੀ ਕੱਲ ਐਡੀਸ਼ਨਲ ਡਿਸਟ੍ਰਿਕਟ ਸੈਸ਼ਨ ਜੱਜ ਦੇ ਲੱਗੀ ਸੀਗੀ ਤੇ ਉੱਥੇ ਉਹਨਾਂ ਦੀ ਆਰਗੂਮੈਂਟਸ ਹੋਏ ਸੀਗੇ। ਆਰਗੂਮੈਂਟਸ ਤੋਂ ਬਾਅਦ ਕਹਿੰਦੇ ਆ ਉਹਨਾਂ ਦੀ ਸ਼ਾਮ ਨੂੰ ਜਿਹੜੀ ਫਿਰ ਆਪਣਾ ਫੈਸਲਾ ਸੁਣਾ ਦਿੱਤਾ ਜੱਜ ਸਾਹਿਬ ਨੇ ਤੇ ਉਹਨਾਂ ਦੀ ਅਰਜੀ ਜਿਹੜੀ ਹੈਗੀ ਜ਼ਮਾਨਤ ਦੀ ਉਹ ਰੱਦ ਕਰਤੀ ਹੈ। ਇਹਦਾ ਮਤਲਬ ਹੈ ਕਿ ਉਹਨਾਂ ਨੂੰ
ਹੁਣ ਜਿੰਨਾ ਚਿਰ ਉਹ ਹਾਈ ਕੋਰਟ ਨਹੀਂ ਜਾਂਦੇ, ਹਾਈ ਕੋਰਟ 'ਚ ਲੱਗੇਗੀ ਦੁਬਾਰੇ ਐਪਲੀਕੇਸ਼ਨ ਗਾਹਾਂ ਉੱਪਰ, ਮਤਲਬ ਉਹਨਾਂ ਚਿਰ ਉਹਨੂੰ ਜੇਲ੍ਹ 'ਚ ਹੀ ਰਹਿਣਾ ਪਏਗਾ। ਹਾਈ ਕੋਰਟ 'ਚ ਗਾਹਾਂ ਜ਼ਮਾਨਤ ਮਿਲਦੀ ਹੈ ਜਾਂ ਨਹੀਂ ਮਿਲਦੀ ਇਹ ਵੀ ਦੇਖਣਾ ਹੋਏਗਾ, ਕਿਉਂਕਿ ਜਿਹੜੀ ਲੋਅਰ ਕੋਰਟ ਹੈਗੀ, ਜਿੱਥੇ ਐਡੀਸ਼ਨਲ ਸੈਸ਼ਨ ਜੱਜ ਦੀ ਜਿਹੜੀ ਕੋਰਟ ਹੈਗੀ, ਉਹਨਾਂ ਨੇ ਜਿਹੜਾ ਲਿਖਿਆ ਆਪਣੇ ਜੱਜਮੈਂਟ ਵਿੱਚ, ਉਹ ਇਹ ਲਿਖਿਆ ਹੈ ਕਿ ਇੱਕ ਤਾਂ ਉਹਨਾਂ ਦੇ ਖਿਲਾਫ ਜਿਹੜੇ ਦੋਸ਼ ਨੇ ਉਹ ਬਹੁਤ ਜ਼ਿਆਦਾ ਗੰਭੀਰ ਦੋਸ਼ ਲੱਗੇ ਹੋਏ ਨੇ ਡਰੱਗ ਟ੍ਰੈਫਿਕਿੰਗ ਦੇ। ਇੱਕ ਤਾਂ ਇਹ ਗੱਲ ਉਹਨਾਂ ਨੇ ਕੀਤੀ ਹੈ। ਦੂਸਰਾ ਉਹਨੇ ਕਿਹਾ ਕਿ ਸੈਕਸ਼ਨ 37 ਵੀ ਲੱਗੀ ਹੋਈ ਹੈ ਨਾਲ, ਤੇ ਉਹ ਸੈਕਸ਼ਨ 37 ਵਿੱਚ ਜਿਹੜੀ ਹੈਗੀ ਹੈ NDPC ਐਕਟ ਜਿਹੜਾ ਹੈਗਾ, ਉਹਦੇ 'ਚ ਜ਼ਮਾਨਤ ਨਹੀਂ ਮਿਲ ਸਕਦੀ। ਇਸ ਤਰ੍ਹਾਂ ਦਾ ਉਹਨਾਂ ਨੇ ਜ਼ਿਕਰ ਕੀਤਾ ਹੈ। ਜਿਹੜਾ ਸਭ ਤੋਂ ਵੱਡਾ ਜ਼ਿਕਰ ਉਹ ਕੀਤਾ ਉਹਨਾਂ ਨੇ ਕਿ ਜਿਹੜਾ ਬਿਕਰਮ ਸਿੰਘ ਮਜੀਠੀਆ ਹੈ ਉਹ ਬਹੁਤ ਹੀ ਇੱਕ ਪ੍ਰਭਾਵਸ਼ਾਲੀ ਜਿਹੜਾ ਪੋਲੀਟੀਸ਼ੀਅਨ ਹੈਗਾ, ਇਸ ਕਰਕੇ ਜੇ ਇਹਨਾਂ ਨੂੰ ਅਸੀਂ ਜ਼ਮਾਨਤ 'ਤੇ ਛੱਡ ਦਿੰਦੇ ਹਾਂ ਤਾਂ ਹੋ ਸਕਦਾ ਕਿ ਇਹ ਜਿਹੜੀ ਇਨਵੈਸਟੀਗੇਸ਼ਨ ਚੱਲ ਰਹੀ ਹੈ ਕੇਸ ਵਿੱਚ, ਜਿਹੜੀ ਜਾਂਚ ਚੱਲ ਰਹੀ ਹੈ, ਉਹ 'ਤੇ ਪ੍ਰਭਾਵ ਪਾਉਣ। ਇਸ ਕਰਕੇ ਉਹਨਾਂ ਦੀ ਐਪਲੀਕੇਸ਼ਨ ਜਿਹੜੀ ਹੈਗੀ ਹੈ ਉਹ ਕੋਰਟ ਨੇ ਰੱਦ ਕਰ ਦਿੱਤੀ ਆ। ਹਾਲਾਂਕਿ ਜਿਹੜੇ ਮਜੀਠੀਆ ਸਾਹਿਬ ਦੇ ਵਕੀਲ ਸੀਗੇ ਉਹਨਾਂ ਨੇ ਕਿਹਾ ਸੀਗਾ ਕਿ ਜਿਹੜੇ ਕੋਈ ਵੀ ਸਬੂਤ ਨਹੀਂ ਹੈਗੇ, ਇੱਕ ਚਾਰਜ ਵੈਸੇ ਹੀ ਲਿਖ ਕੇ ਲਾਏ ਹੋਏ ਨੇ, ਕੋਈ ਵੱਡਾ ਇਹਦੇ ਵਿੱਚ ਮਤਲਬ ਵੀ ਇਸ ਤਰ੍ਹਾਂ ਦਾ ਕੋਈ ਐਵੀਡੈਂਸ ਨਹੀਂ ਹੈਗਾ ਜਿਹੜਾ ਕੇਸ ਦਰਜ ਕੀਤਾ ਗਿਆ ਹੈ ਕਿ ਜਿਹਦੇ ਆਧਾਰ ਤੇ ਬਿਕਰਮ ਸਿੰਘ ਮਜੀਠੀਆ ਨੂੰ ਜੇਲ੍ਹ 'ਚ ਰੱਖਿਆ ਜਾਵੇ, ਉਹਨੂੰ ਬੇਲ ਦਿੱਤੀ ਜਾਣੀ ਚਾਹੀਦੀ ਹੈ। ਉਹਨਾਂ ਦੇ ਵਕੀਲਾਂ ਨੇ ਕਾਫੀ ਮਤਲਬ ਵੀ ਕੋਸ਼ਿਸ਼ ਕੀਤੀ ਸੀ। ਮੇਰਾ ਖਿਆਲ ਹੈ ਕਿ ਜਿਹੜੇ ਵੱਡੇ ਵਕੀਲ ਨੇ ਫੌਜਦਾਰੀ ਦੇ RS ਚੀਮਾ, ਰਜਿੰਦਰ ਸਿੰਘ ਚੀਮਾ, ਉਹ ਵੀ ਬਿਕਰਮ ਸਿੰਘ ਮਜੀਠੀਆ ਵੱਲੋਂ ਇਸ ਕੋਰਟ 'ਚ ਪੇਸ਼ ਹੋਏ ਸੀਗੇ। ਹਾਲਾਂਕਿ ਉਹ ਹਾਈ ਕੋਰਟ ਜਾਂ ਸੁਪਰੀਮ ਕੋਰਟ ਤੋਂ ਘੱਟ ਪੇਸ਼ ਨਹੀਂ ਹੁੰਦੇ, ਪਰ ਇਸ ਕੇਸ ਵਿੱਚ ਉਹ ਮੇਰਾ ਖਿਆਲ ਹੈ ਕਿ ਉਹ ਗਏ ਸੀਗੇ ਮਜੀਠੀਆ ਦੇ ਹੱਕ ਵਿੱਚ, ਉਹਨਾਂ ਨੇ ਦਲੀਲਾਂ ਦਿੱਤੀਆਂ ਸੀਗੀਆਂ। ਪਹਿਲਾਂ ਵੀ ਇੱਕ ਦੋ ਵਾਰੀ ਉਹ ਮਜੀਠੀਆ ਦੇ ਕੇਸਾਂ ਵਿੱਚ ਗਏ ਨੇ। ਨਾਲ ਦੀ ਨਾਲ ਜਿਹੜੀ ਗੱਲ ਹੈਗੀ, ਹੁਣ ਹਾਈ ਕੋਰਟ ਵਿੱਚ ਇੱਕ ਮਸਲਾ ਜਾਏਗਾ, ਕਦੋਂ ਕੇਸ ਲੱਗਦਾ, ਉੱਥੇ 10 ਦਿਨਾਂ ਬਾਅਦ ਲੱਗਦਾ, 5 ਦਿਨਾਂ ਬਾਅਦ ਲੱਗਦਾ। ਪਟੀਸ਼ਨ ਤਾਂ ਮੇਰਾ ਖਿਆਲ ਅੱਜ ਜਾਂ ਸਵੇਰ 'ਚ ਹੀ ਦਾਖਲ ਹੋ ਜਾਏਗੀ ਜਾਂ ਮੰਡੇ ਨੂੰ ਦਾਖਲ ਹੋ ਜਾਏਗੀ। ਉਸ ਤੋਂ ਬਾਅਦ ਕਈ ਵਾਰੀ ਵਕੀਲਾਂ ਦੀ ਰਾਏ ਹੁੰਦੀ ਹੈ ਕਿ ਆਪਾਂ ਥੋੜਾ ਦੇਰ ਇੰਤਜ਼ਾਰ ਕਰੀਏ, ਹਲੇ ਆਪਾਂ ਨਾਲ ਦੀ ਨਾਲ ਹਾਈ ਕੋਰਟ 'ਚ ਨਾ ਜਾਈਏ, ਥੋੜਾ ਟਾਈਮ ਲੈ ਲੈਣਾ ਚਾਹੀਦਾ। ਕਈ ਵਾਰੀ ਵਕੀਲ ਇਸ ਤਰ੍ਹਾਂ ਦੀ ਵੀ ਰਾਏ ਦਿੰਦੇ ਨੇ ਟੈਕਨੀਕਲ ਲੀਗਲੀ, ਕਿਉਂਕਿ ਉਹ ਕਹਿੰਦੇ ਥੋੜੀ ਜੀ ਨਾਲ ਦੀ ਨਾਲ ਕੋਰਟ ਵਿੱਚ, ਹਾਇਰ ਕੋਰਟ ਵਿੱਚ ਨਹੀਂ ਜਾਣਾ ਚਾਹੀਦਾ। ਹੁਣ ਕਦੋਂ ਜਾਂਦੇ ਨੇ, ਕਦੋਂ ਪਟੀਸ਼ਨ ਪੈਂਦਾ ਹੈਗਾ ਹਾਈ ਕੋਰਟ ਵਿੱਚ, ਇਹ ਦੇਖਣਾ ਹੋਏਗਾ। ਪਰ ਉਹਨਾਂ ਚਿਰ ਮਜੀਠੀਆ ਸਾਹਿਬ ਨੂੰ ਜੇਲ੍ਹ ਵਿੱਚ ਹੀ ਰਹਿਣਾ ਪਏਗਾ। ਤੇ ਨਾਲ ਨਾਲ ਮੈਂ ਤੁਹਾਨੂੰ ਦਰਸ਼ਕਾਂ ਜਿਹੜੇ ਸਰੋਤੇ ਹੈਗੇ ਆਪਣੇ, ਉਹਨਾਂ ਨੂੰ ਮੈਂ ਇੱਕ ਜਾਣਕਾਰੀ ਦੇਣੀ ਚਾਹੁੰਦਾ ਕਿ ਜਿਹੜੇ ਮਜੀਠੀਆ ਸਾਹਿਬ ਨੇ ਉਹ MP ਹਾਤੇ ਵਿੱਚ ਪਟਿਆਲੇ ਰੱਖੇ ਗਏ ਨੇ। ਇੱਕ ਸੁਰੱਖਿਆ ਵਾਲਾ ਮਤਲਬ ਹਾਤਾ ਹੁੰਦਾ ਹੈ, ਕਿਉਂਕਿ ਜੇ ਕਿਸੇ ਬੰਦੇ ਨੂੰ ਥ੍ਰੈਟ ਹੋਵੇ, ਕਿਸੇ ਦੇ ਲਾਈਫ ਨੂੰ ਥ੍ਰੈਟ ਹੋਵੇ, ਤਾਂ ਫਿਰ ਉੱਥੇ ਉਹ ਹਾਤੇ ਵਿੱਚ ਹੀ ਰੱਖਿਆ ਜਾਂਦਾ ਹੈ। ਉੱਥੇ ਜਿਹੜੇ ਸਾਰੇ ਗੁੱਡ ਕੰਡਕਟ ਵਾਲੇ ਕੈਦੀ ਹੁੰਦੇ ਨੇ ਉਹਨਾਂ ਨੂੰ ਰੱਖਿਆ ਹੁੰਦਾ ਹੈ, ਮਤਲਬ ਜਿਨ੍ਹਾਂ ਦੇ ਜਿਹੜੇ ਕਿਸੇ ਨੂੰ ਦੂਸਰੇ ਬੰਦੇ ਨੂੰ ਕੋਈ ਪਰੇਸ਼ਾਨੀ ਨਹੀਂ ਪੈਦਾ ਕਰਦੇ। ਕਿਉਂਕਿ ਆਮ ਤੌਰ ਤੇ ਜੇਲ੍ਹਾਂ ਵਿੱਚ ਬਹੁਤ ਸਾਰੇ ਖੂੰਖਾਰ ਵੀ ਜਿਹੜੇ ਕੈਦੀ ਹੁੰਦੇ ਨੇ ਜਾਂ ਜਿਨ੍ਹਾਂ ਨੇ ਜੁਰਮ ਕੀਤਾ ਹੁੰਦਾ ਉਹ ਉੱਥੇ ਰਹਿ ਰਹੇ ਹੁੰਦੇ ਨੇ, ਤੇ ਕਈ ਵਾਰੀ ਆਪਸ ਵਿੱਚ ਟਕਰਾਅ ਹੋ ਜਾਂਦਾ, ਲੜਾਈ ਹੋ ਜਾਂਦੀ ਹੈ। ਇਹਨਾਂ ਨੂੰ ਉਸ MP ਹਾਤੇ ਵਿੱਚ ਰੱਖਿਆ ਗਿਆ। ਇਹ ਹਾਤੇ ਦਾ ਨਾਂ ਕਿਸੇ ਵੇਲੇ ਇੱਥੇ ਜਿਹੜੇ ਸੇਵਾ ਸਿੰਘ ਠੀਕਰੀ ਵਾਲਾ, ਜਿਹੜੇ ਕਿ ਬਹੁਤ ਮਸ਼ਹੂਰ ਫਰੀडम ਫਾਈਟਰ ਕਹਿ ਲਓ ਹੋਏ ਨੇ, ਜਾਂ ਜਿਨ੍ਹਾਂ ਨੇ ਮਹਾਰਾਜਾ ਪਟਿਆਲਾ ਦੇ ਖਿਲਾਫ ਬਹੁਤ ਵੱਡੀ ਉਸ ਸਮੇਂ ਆਪਣੇ ਸਮੇਂ ਵਿੱਚ ਲੜਾਈ ਲੜੀ ਸੀ, ਇਹ ਉੱਥੇ ਕਦੇ ਸੇਵਾ ਸਿੰਘ ਠੀਕਰੀ ਵਾਲਾ ਵੀ ਉਸ ਹਾਤੇ ਵਿੱਚ ਰਹੇ ਸੀਗੇ। ਸੋ ਸੇਵਾ ਸਿੰਘ ਠੀਕਰੀ ਵਾਲੇ ਦਾ ਮੈਂ ਤੁਹਾਨੂੰ ਇੱਕ ਦੱਸਾਂ ਹੋਰ ਨਵੀਂ ਗੱਲ ਕਿ ਪਟਿਆਲਾ, ਜੇ ਕਿਸੇ ਨੇ ਤੁਹਾਡੇ ਸਰੋਤਿਆਂ 'ਚੋਂ ਆਪਣੇ ਕੋਈ ਪਟਿਆਲੇ ਵੱਲ ਦੇ ਹੋਣ, ਤਾਂ ਪਟਿਆਲੇ ਵਿੱਚ ਠੀਕਰੀ ਵਾਲੇ ਸਾਹਿਬ ਦਾ ਬੁੱਤ ਲੱਗਿਆ ਹੋਇਆ ਹੈ। ਤੇ ਉਹ ਬੁੱਤ ਦਾ ਜਿਹੜਾ ਮੂੰਹ ਟੌੜਾ ਸਾਹਿਬ ਨੇ ਲਵਾਇਆ ਸੀ, ਜਿਹੜਾ ਬੁੱਤ ਦਾ ਮੂੰਹ ਹੈ ਉਹ ਮਹਾਰਾਜਾ ਪਟਿਆਲੇ ਵੱਲ ਦੇ ਜਿਹੜਾ ਮੋਤੀ ਬਾਗ ਪੈਲੇਸ ਹੈ ਉਸ ਵੱਲ ਨੂੰ ਕੀਤਾ ਹੋਇਆ, ਤੇ ਉਹਨੇ ਹੱਥ ਚੱਕਿਆ ਹੋਇਆ। ਤਾਂ ਹਾਂ ਇੱਕ ਤਰ੍ਹਾਂ ਦਾ ਐਂ ਲੱਗ ਰਿਹਾ ਹੈ ਟੌੜਾ ਸਾਹਿਬ ਨੇ, ਉਦੋਂ ਟੌੜਾ ਸਾਹਿਬ ਦੀ ਬਣਦੀ ਨਹੀਂ ਸੀ ਮਹਾਰਾਜਾ ਪਟਿਆਲਾ ਨਾਲ, ਤਾਂ ਜਿਹੜਾ ਬੁੱਤ ਲਵਾਇਆ ਸੀ ਉਹਦਾ ਮੂੰਹ ਉੱਧਰ ਕਰਕੇ ਲਵਾਇਆ ਸੀ ਕਿ ਉਹ ਲਲਕਾਰ ਰਿਹਾ ਹੋਵੇ, ਜਿਵੇਂ ਕੀ ਇਹਦਾ ਮਹਾਰਾਜਾ ਪਟਿਆਲਾ ਦੇ ਪਰਿਵਾਰ ਨੂੰ। ਮਤਲਬ ਇਸ ਤਰ੍ਹਾਂ ਦੀ ਪੋਲੀਟੀਕਲ ਬੰਦੇ ਕਿਸ ਤਰ੍ਹਾਂ ਦੀਆਂ ਖੇਡਾਂ ਖੇਡਦੇ ਨੇ, ਮੈਂ ਇਹ ਸਾਂਝੀਆਂ ਸਰੋਤਿਆਂ ਨਾਲ ਕਰਨੀਆਂ ਚਾਹੁੰਦਾ। ਨਾਲ ਮੈਂ ਇਹ ਦੱਸਾਂ ਕਿ ਮਜੀਠੀਆ ਸਾਹਿਬ ਨੂੰ ਜੇਲ੍ਹ ਅਧਿਕਾਰੀਆਂ ਨੇ ਪੁੱਛਿਆ ਸੀ ਕਿ ਜੇ ਤੁਸੀਂ ਆਪਣਾ ਖਾਣਾ ਆਪ ਬਣਾਉਣਾ ਚਾਹੁੰਦੇ ਹੋ ਤਾਂ ਤੁਸੀਂ ਬਣਾ ਸਕਦੇ ਹੋ, ਅਸੀਂ ਤੁਹਾਨੂੰ ਕੋਈ ਸਮਾਨ ਚਾਹੀਦਾ ਖਾਣਾ ਬਣਾਉਣ ਵਾਸਤੇ ਉਹ ਤੁਹਾਨੂੰ ਦੇ ਦਿਆਂਗੇ। ਪਰ ਮਜੀਠੀਆ ਸਾਹਿਬ ਨੇ ਇਸ ਗੱਲ ਤੋਂ ਨਾ ਕਰਤੀ ਹੈ। ਉਹਨਾਂ ਮਜੀਠੀਆ ਨੇ ਕਿਹਾ ਕਿ ਨਹੀਂ, ਮੈਂ ਜੋ ਆਮ ਕੈਦੀਆਂ ਨੂੰ ਸਧਾਰਨ ਖਾਣਾ ਮਿਲਦਾ ਹੈਗਾ ਮੈਂ ਉਹੀ ਖਾਣਾ ਖਾਵਾਂਗਾ, ਮੈਂ ਕੋਈ ਵਿਸ਼ੇਸ਼ ਖਾਣਾ ਨਾ ਬਾਹਰੋਂ ਮੰਗਵਾਵਾਂਗਾ ਤੇ ਨਾ ਹੀ ਮੈਂ ਆਪਣਾ ਬਣਾ ਕੇ ਤਿਆਰ ਕਰਕੇ ਮਤਲਬ ਖਾਣਾ ਲਵਾਂਗਾ। ਨਾਲ ਇੱਕ ਗੱਲ ਉਹਨਾਂ ਨੇ ਜਿਹੜੀ ਮੰਗ ਕੀਤੀ ਹੈ ਜੇਲ੍ਹ ਵਿੱਚ ਜਾ ਕੇ, ਉਹ ਇਹ ਮੰਗ ਕੀਤੀ ਹੈ ਕਿ ਮੈਨੂੰ ਸਿਰਫ ਜਿਹੜਾ ਬੈਡਮਿੰਟਨ ਖੇਡਣ ਵਾਸਤੇ
ਮੈਨੂੰ ਤੁਸੀਂ ਇੱਕ ਰੈਕਟ ਜ਼ਰੂਰ ਮੰਗਾ ਦਿਓ। ਉਹਨਾਂ ਨੇ ਬੈਡਮਿੰਟਨ ਖੇਡਣ ਵਾਸਤੇ ਰੈਕਟ ਮੰਗਾਇਆ ਹੈ। ਉਹ ਜਿਹੜੇ ਉੱਥੇ ਬੈਡਮਿੰਟਨ ਸ਼ਾਮ ਨੂੰ ਸਾਰੇ ਜਿਹੜੇ ਗੁੱਡ ਕਨੈਕਟ ਵਾਲੇ ਕੈਦੀ ਆ ਉਹਨਾਂ ਨੂੰ ਛੋਟ ਹੁੰਦੀ ਹੈ ਕਿ ਉਹ ਖੇਡ ਸਕਦੇ ਨੇ। ਮੇਰਾ ਖਿਆਲ ਹੈ ਕਿ ਮਜੀਠੀਆ ਸਾਹਿਬ ਨੇ ਇਸ ਕਰਕੇ ਹੀ ਮੰਗਾਇਆ ਕਿ ਉਹਨਾਂ ਨਾਲ ਉਹ ਸ਼ਾਮ ਨੂੰ ਆਪਣਾ ਕੁਛ ਨਾ ਕੁਛ ਸਮਾਂ ਬਿਤਾ ਸਕਣ, ਖੇਡ ਸਕਣ। ਆਮ ਤੌਰ 'ਤੇ ਵੈਸੇ ਤਾਂ ਜਿਹੜੀਆਂ ਪੰਜਾਬ ਦੀਆਂ ਜੇਲ੍ਹਾਂ ਹੈ ਉਹਨਾਂ ਵਿੱਚ ਖੇਡ ਐਕਟੀਵਿਟੀ ਤਕਰੀਬਨ ਸਾਰੀਆਂ ਚੱਲਦੀ ਹੈ। ਪੰਜਾਬ ਦੀਆਂ ਜੇਲ੍ਹਾਂ ਵਿੱਚ ਦੇ ਬਾਰੇ ਮੈਂ ਨਾਲ ਦੀ ਨਾਲ ਇਹ ਵੀ ਦੱਸ ਦਿਆਂ ਤੁਹਾਨੂੰ ਕਿ ਸਭ ਤੋਂ ਵਧੀਆ ਪੰਜਾਬ ਦੀਆਂ ਜੇਲ੍ਹਾਂ ਹੈਗੀਆਂ। ਇੱਥੇ ਕੰਮਕਾਰ ਵੀ ਸਿਖਾਇਆ ਜਾਂਦਾ, ਸਕਿੱਲ ਵੀ ਸਿਖਾਈਆਂ ਜਾਂਦੀਆਂ। ਕਿਸੇ ਨੂੰ ਕੁਰਸੀਆਂ ਬੁਣਨਾ, ਕਿਸੇ ਨੂੰ ਕੁਰਸੀਆਂ ਬਣਾਉਣ ਦਾ ਕੰਮ, ਕਿਸੇ ਨੂੰ ਸਵਾਟਰ ਬਣਾਉਣ ਦਾ ਕੰਮ, ਕਿਸੇ ਨੂੰ ਕੋਈ ਹੋਰ ਛੋਟੀਆਂ ਨਿੱਕੀਆਂ ਸਕਿੱਲ ਦੀ ਟ੍ਰੇਨਿੰਗ ਦੇਣ ਦੀ ਜਿਹੜੀ ਪੰਜਾਬ ਵਿੱਚ ਬਹੁਤ ਪੁਰਾਣੀ ਰਵਾਇਤ ਹੈਗੀ। ਅਸਲੋਂ ਮੈਂ 30-40 ਸਾਲ ਪੁਰਾਣੀ ਰਵਾਇਤ ਹੈ ਪੰਜਾਬ ਦੀਆਂ ਜੇਲ੍ਹਾਂ ਵਿੱਚ। ਜਿਹੜੇ ਆਮ ਤੌਰ 'ਤੇ ਬੰਦੇ ਕੈਦੀ ਰੱਖੇ ਜਾਂਦੇ ਨੇ ਉਹਨਾਂ ਨੂੰ ਬਾਹਰ ਵਿੱਚ ਆ ਕੇ ਫਿਰ ਉਹ ਆਪਣਾ ਰੁਜ਼ਗਾਰ ਕਰ ਸਕਣ, ਆਪਣਾ ਕਮਾ ਸਕਣ। ਇਸ ਤਰ੍ਹਾਂ ਦਾ ਪ੍ਰਬੰਧ ਬਹੁਤ ਪੁਰਾਣਾ ਚੱਲਦਾ ਹੈ। ਸੋ ਇਹ ਜਿਹੜੇ ਮਤਲਬ ਉੱਥੇ ਖੇਡਾਂ ਵੀ ਹੁੰਦੀਆਂ ਨੇ। ਆਮ ਤੌਰ 'ਤੇ ਇੰਟਰ ਜੇਲ੍ਹ ਜਿਹੜੇ ਖੇਡ ਮੁਕਾਬਲੇ ਹੁੰਦੇ ਨੇ। ਗੱਲ ਥੋੜ੍ਹੀ ਮੈਂ ਗਾਹਾਂ ਦੂਸਰੇ ਪਾਸੇ ਲੈ ਗਿਆ। ਸੋ ਮਜੀਠੀਆ ਸਾਹਿਬ ਨੇ ਕਿਹਾ ਕਿ ਮੈਨੂੰ ਇੱਕ ਖੇਡ ਆਪਣਾ ਬੈਡਮਿੰਟਨ ਰੈਕਟ ਲਿਆ ਕੇ ਦਿੱਤਾ ਜਾਵੇ, ਤਾਂ ਉਹਨਾਂ ਨੇ ਮੇਰਾ ਖਿਆਲ ਕਿ ਜੇਲ੍ਹ ਅਧਿਕਾਰੀਆਂ ਨੇ ਕੱਲ੍ਹ ਉਹਨੂੰ ਬੈਡਮਿੰਟਨ ਰੈਕਟ ਜਿਹੜਾ ਦੇ ਦਿੱਤਾ ਹੈ। ਅਤੇ ਇਸ ਤੋਂ ਬਾਅਦ ਮੇਰਾ ਖਿਆਲ ਹੈ ਕਿ ਹੁਣ ਉਹਨੂੰ ਕੁਛ ਦੇਰ ਹੋਰ ਜਿੰਨਾ ਚਿਰ ਹਾਈ ਕੋਰਟ 'ਚ ਉਹਦੀ ਬੇਲ ਐਪਲੀਕੇਸ਼ਨ ਨਹੀਂ ਲੱਗਦੀ ਅਤੇ ਉੱਥੋਂ ਉਹਨੂੰ ਬੇਲ ਵਗੈਰਾ ਨਹੀਂ ਮਿਲਦੀ, ਉਹਨਾਂ ਚਿਰ ਉਹਨੂੰ ਜੇਲ੍ਹ 'ਚ ਹੀ ਰਹਿਣਾ ਪਏਗਾ। ਆਮ ਤੌਰ 'ਤੇ ਦੇਖਿਆ ਗਿਆ ਕਿ NDPC ਐਕਟ ਹੈਗਾ, ਇਹ ਬੜਾ ਸਖਤ ਐਕਟ ਹੈਗਾ। ਇਹਦੇ ਵਿੱਚ ਕਈ ਵਾਰੀ ਬੰਦਿਆਂ ਨੂੰ 4-4, 5-5 ਮਹੀਨੇ ਤੱਕ ਜ਼ਮਾਨਤ ਨਹੀਂ ਮਿਲਦੀ। ਜ਼ਮਾਨਤ ਮਿਲਣੀ ਕਾਫੀ ਮੁਸ਼ਕਲ ਹੁੰਦੀ ਹੈ। ਕਈ ਵਾਰੀ ਤਾਂ 2-2 ਸਾਲ ਵੀ ਜੇਲ੍ਹ ਅੰਦਰ ਲਾਉਣੇ ਪੈ ਜਾਂਦੇ ਨੇ। ਜੀ ਸਰਬਜੀਤ ਧਾਲੀਵਾਲ ਜੀ, ਹੁਣ ਆਪਾਂ ਗੱਲ ਕਰਦੇ ਹਾਂ ਭਾਖੜਾ ਬਿਆਸ ਮੈਨੇਜਮੈਂਟ ਬੋਰਡ ਦੇ ਮਾਮਲੇ ਨੂੰ ਲੈ ਕੇ, ਜੋ ਬੜਾ ਭੜਕਿਆ ਹੋਇਆ ਮਾਮਲਾ ਹੈ, ਤੇ ਸੁਨੀਲ ਜਾਖੜ ਕੀ ਕਹਿ ਰਹੇ ਨੇ ਇਸ ਦੇ ਬਾਰੇ? ਸ਼ਾਇਦ ਆਪਾਂ ਸਰੋਤਿਆਂ ਨਾਲ ਕੱਲ੍ਹ ਵੀ ਇਹ ਮੇਰਾ ਹਾਲ ਗੱਲ ਸਾਂਝੀ ਕੀਤੀ ਸੀਗੀ ਕਿ ਕੇਂਦਰ ਸਰਕਾਰ ਨੇ ਕੁਝ ਭਾਖੜਾ ਬਿਆਸ ਬੋਰਡ ਮੈਨੇਜਮੈਂਟ ਦੇ ਜਿਹੜੇ ਮੈਂਬਰ ਲਾਉਣ ਬਾਰੇ ਨਿਯਮ ਨੇ ਉਹਦੇ ਵਿੱਚ ਕੁਝ ਸੋਧਾਂ ਕੀਤੀਆਂ ਹੈਗੀਆਂ ਨੇ। ਉਹਦੇ ਕਰਕੇ ਜਿਹੜਾ ਸਾਰਾ ਮਸਲਾ ਹੈਗਾ ਉਹ ਬਹੁਤ ਭੜਕ ਗਿਆ ਇੱਕੋਦਮ ਹੀ। ਅਸਲ ਵਿੱਚ ਇਹ ਹੁੰਦਾ ਕਿ ਪੰਜਾਬ 1967 ਤੋਂ ਲੈ ਕੇ ਜਦੋਂ ਪੰਜਾਬ ਦੀ ਦੁਬਾਰਾ ਰੀਆਰਗੇਨਾਈਜੇਸ਼ਨ ਹੋਈ ਸੀ ਤਾਂ ਰੀਆਰਗੇਨਾਈਜੇਸ਼ਨ ਜਿਹੜਾ ਐਕਟ ਹੈਗਾ ਉਹਦੇ ਤਹਿਤ ਜਿਹੜਾ ਭਾਖੜਾ ਬਿਆਸ ਮੈਨੇਜਮੈਂਟ ਬੋਰਡ ਦਾ ਬਣਿਆ ਸੀਗਾ ਤਾਂ ਉਹਦੇ ਵਿੱਚ ਜਿਹੜੀਆਂ ਵੀ ਹਿੱਸੇਦਾਰ ਸਟੇਟਾਂ ਹੈਗੀਆਂ ਉਹਨਾਂ ਦੇ ਵਿੱਚੋਂ ਮੈਂਬਰ ਬੋਰਡ ਦੇ ਲਏ ਜਾਣੇ ਸੀਗੇ। ਹਮੇਸ਼ਾ ਹੀ 1967 ਤੋਂ ਲੈ ਕੇ ਅੱਜ ਤੱਕ 2021 ਤੱਕ ਕਹਿ ਲਓ ਜਾਂ 22 ਤੱਕ ਕਹਿ ਲਓ ਕਿ ਹੁਣ ਤੱਕ ਜਿਹੜਾ ਮੈਂਬਰ ਪਾਵਰ ਹੈਗਾ ਉਹ ਪੰਜਾਬ ਦਾ ਹੀ ਲੱਗਦਾ ਹੈ। ਤੇ ਹਮੇਸ਼ਾ ਪੰਜਾਬ ਜਿਹੜਾ ਪੰਜਾਬ ਸਟੇਟ ਇਲੈਕਟ੍ਰਿਸਿਟੀ ਬੋਰਡ ਸੀਗਾ, ਜਿਹਨੂੰ ਅੱਜ ਕੱਲ੍ਹ ਪੰਜਾਬ ਸਟੇਟ ਪਾਵਰ ਕਾਰਪੋਰੇਸ਼ਨ ਲਿਮਟਿਡ ਕਹਿੰਦੇ ਨੇ, ਉਹਦੇ ਵਿੱਚੋਂ ਹੀ ਜਿਹੜਾ ਉੱਥੋਂ ਦਾ ਕੋਈ ਚੀਫ ਇੰਜੀਨੀਅਰ ਹੁੰਦਾ ਹੈ ਉਹਨੂੰ ਹੀ ਉੱਥੇ ਲਾਇਆ ਜਾਂਦਾ ਹੈ। ਤੇ ਜਿਹੜਾ ਮੈਂਬਰ ਇਰੀਗੇਸ਼ਨ ਹੁੰਦਾ ਉਹ ਹਰਿਆਣੇ ਦਾ ਲਾਇਆ ਜਾਂਦਾ ਹੈ। ਹਮੇਸ਼ਾ ਹੀ ਇਹ ਪ੍ਰੈਕਟਿਸ ਰਹੀ ਆ ਹੁਣ ਤੱਕ, ਪਿਛਲੇ 67 ਤੋਂ ਲੈ ਕੇ ਅੱਜ ਤੱਕ। ਤੇ ਹੁਣ ਜਿਹੜੇ ਨਿਯਮ ਨਵੇਂ ਸੋਧ ਕੀਤੀ ਹੈ ਸੈਂਟਰ ਗਵਰਨਮੈਂਟ ਨੇ, ਉਹਦੇ ਵਿੱਚ ਇਹ ਕਰਤਾ ਕਿ ਕੋਈ ਜ਼ਰੂਰੀ ਨਹੀਂ ਕਿ ਉਹ ਪੰਜਾਬ ਦਾ ਬੰਦਾ ਹੀ ਲੱਗੇ ਜਾਂ ਹਰਿਆਣੇ ਦਾ ਬੰਦਾ ਲੱਗੇ। ਉਹ ਮਤਲਬ ਹੋਰ ਦਾ ਜਿਹੜੀਆਂ ਰਾਜਾਂ ਵਿੱਚੋਂ ਹੈਗੇ ਨੇ, ਦੇਸ਼ ਵਿੱਚੋਂ ਕਿਸੇ ਵੀ ਰਾਜ ਚੋਂ ਬੰਦਾ ਆ ਕੇ ਇੱਥੇ ਲਾਇਆ ਜਾ ਸਕਦਾ ਹੈ। ਸੋ ਇਸ ਗੱਲ ਕਰਕੇ ਜਿਹੜਾ ਵਾਦ ਵਿਵਾਦ ਖੜਾ ਹੋਇਆ, ਨਾਲ ਜਿਹੜੇ ਰੂਲ ਨਵੇਂ ਬਣਾਏ ਨੇ ਉਹਦੇ ਵਿੱਚ ਇਹ ਕਰਤਾ ਕਿ ਉਹਦੇ ਜਿਹੜੀਆਂ ਕੁਆਲੀਫਿਕੇਸ਼ਨਸ ਰੱਖੀਆਂ ਨੇ ਮੈਂਬਰ ਦੀਆਂ ਜਿਹੜੀਆਂ ਲੱਗਣਗੀਆਂ ਉਹ ਵੀ ਕੁਝ ਇਸ ਤਰ੍ਹਾਂ ਦੀਆਂ ਬਣਾਈਆਂ ਗਈਆਂ ਨੇ ਕਿ ਉਹਦੇ ਵਿੱਚ ਪੰਜਾਬ ਦੇ ਜ਼ਿਆਦਾਤਰ ਜਿਹੜੇ PSC ਵਗੈਰਾ ਦੇ ਜਿਹੜੇ ਬੰਦੇ ਹੋਣਗੇ, ਇੰਜੀਨੀਅਰ ਵਗੈਰਾ ਹੋਣਗੇ, ਚੀਫ ਇੰਜੀਨੀਅਰ ਵਗੈਰਾ, ਉਹ ਐਲੀਜੀਬਲ ਹੀ ਨਹੀਂ ਹੋਣਗੇ। ਉਹਦੇ ਵਿੱਚ ਮੇਰਾ ਖਿਆਲ ਹੈ ਕਿ ਜਿਹੜਾ ਬੈਲੈਂਸ ਰੱਖਿਆ ਨਿਯਮਾਂ ਦਾ ਉਹ ਜ਼ਿਆਦਾ ਜਿਹੜੇ ਨੈਸ਼ਨਲ ਪਾਵਰ ਹਾਈਡਰੋ ਕਾਰਪੋਰੇਸ਼ਨ ਹੈਗੀ NPHC ਉਹਦੇ ਹੱਕ ਵਿੱਚ ਜ਼ਿਆਦਾ ਭੁਗਤਦਾ ਹੈ। ਇਸ ਕਰਕੇ ਵੀ ਜਿਹੜੇ ਇੰਜੀਨੀਅਰਾਂ ਨੇ ਖਦਸ਼ੇ ਪ੍ਰਗਟ ਕੀਤੇ ਨੇ। ਸੋ ਇਹ ਮਸਲਾ ਜਿਹੜਾ ਹੁਣ ਹੈਗਾ ਇਕੱਲਾ ਇੰਜੀਨੀਅਰ ਤੱਕ ਨਹੀਂ ਸੀਮਿਤ ਰਿਹਾ। ਜਿਹੜੇ ਪੰਜਾਬ ਸਟੇਟ ਜਿਹੜੀ PSC ਇੰਜੀਨੀਅਰ ਐਸੋਸੀਏਸ਼ਨ ਹੈਗੀ ਉਹਨਾਂ ਨੇ ਟਾਈਮ ਮੰਗਿਆ ਚੀਫ ਸੈਕਟਰੀ ਤੋਂ, ਪੰਜਾਬ ਦੇ ਤੋਂ, ਕਿ ਸਾਨੂੰ ਮੀਟਿੰਗ ਦਾ ਸਮਾਂ ਦਿੱਤਾ ਜਾਵੇ, ਅਸੀਂ ਇਸ ਮੁੱਦੇ 'ਤੇ ਗੱਲਬਾਤ ਕਰਨੀ ਚਾਹੁੰਦੇ ਹਾਂ ਕਿਉਂਕਿ ਇਹ ਬਹੁਤ ਹੀ ਗੰਭੀਰ ਮੁੱਦਾ ਹੈ। ਇਹਦੇ ਨਾਲ ਪੰਜਾਬ ਦੇ ਹਿੱਤਾਂ ਨੂੰ ਨੁਕਸਾਨ ਪਹੁੰਚ ਸਕਦਾ ਹੈ। ਨਾਲ ਦੀ ਨਾਲ ਜਿਹੜੀ ਪੰਜਾਬ ਆਪਣਾ ਜਿਹੜੀ ਆਲ ਇੰਡੀਆ ਪਾਵਰ ਇੰਜੀਨੀਅਰਸ ਫੈਡਰੇਸ਼ਨ ਹੈਗੀ ਉਹਨੇ ਵੀ ਇਸ ਮਸਲੇ ਨੂੰ ਉਠਾਇਆ ਹੈਗਾ। ਉਹਨਾਂ ਨੇ ਵੀ ਕੇਂਦਰ ਸਰਕਾਰ ਨਾਲ ਤੈਅ ਕੀਤਾ। ਉਹਨਾਂ ਨੇ ਕਿਹਾ ਕਿ ਇਹ ਜਿਹੜਾ ਸਾਰਾ ਕੁਝ ਹੈਗਾ ਇਹ ਤਾਂ ਜਿਹੜੀ ਨੈਸ਼ਨਲ ਪਾਵਰ ਹਾਈਡਰੋ ਕਾਰਪੋਰੇਸ਼ਨ ਹੈਗੀ ਉਹਦੇ ਜਿਹੜੇ ਇੰਜੀਨੀਅਰਾਂ ਦੇ ਹੱਕ ਵਿੱਚ ਜਾਂਦਾ ਹੈ, ਇਸ ਨਾਲ ਪੰਜਾਬ ਦਾ ਨੁਕਸਾਨ ਹੋਏਗਾ। ਉਹਨਾਂ ਨੇ ਵੀ ਇਹ ਮਸਲੇ ਨੂੰ ਕੇਂਦਰ ਸਰਕਾਰ ਤੱਕ ਉਠਾਇਆ। ਨਾਲ ਕੇਂਦਰੀ ਜਿਹੜੇ ਮੰਤਰੀ ਹੈਗੇ ਨੇ, ਪ੍ਰਧਾਨ ਮੰਤਰੀ ਨੂੰ ਵੀ ਚਿੱਠੀ ਲਿਖੀ ਹੈ, ਨਾਲ ਜਿਹੜੇ ਕੇਂਦਰੀ ਸੰਬੰਧਿਤ ਮੰਤਰੀ ਆ ਉਹਨਾਂ ਨੂੰ ਵੀ ਚਿੱਠੀ ਲਿਖੀ ਹੈ। ਪਰ ਇਸ ਦੇ ਨਾਲ ਇਹ ਜਿਹੜਾ ਮਸਲਾ ਹੈਗਾ ਇਹ ਜਿਹੜਾ ਸਿਆਸੀ ਰੰਗਤ ਵੀ ਲੈਣੀ ਸ਼ੁਰੂ ਕਰਤੀ ਹੈ ਇਹਨੇ। ਕੱਲ੍ਹ ਜਾਖੜ ਸਾਹਿਬ ਨੇ ਇਹਦੇ ਬਾਰੇ ਇੱਕ ਵੱਡਾ ਬਿਆਨ ਦਿੱਤਾ ਹੈ ਕਿ ਲਗਾਤਾਰ
ਪੰਜਾਬ ਨਾਲ ਧੱਕਾ ਹੋ ਰਿਹਾ ਹੈ ਤੇ ਸਾਰੀਆਂ ਪਾਰਟੀਆਂ ਨੂੰ, ਸਾਰੇ ਬੰਦਿਆਂ ਨੂੰ ਇਕੱਠੇ ਹੋਣਾ ਚਾਹੀਦਾ। ਉਹਨਾਂ ਨੇ ਇੱਕ ਟਵੀਟ ਕੀਤਾ ਹੈ, ਉਹ ਟਵੀਟ ਜਿਹੜਾ ਹੈਗਾ ਉਹਦੇ ਵਿੱਚ ਨਵਜੋਤ ਸਿੰਘ ਸਿੱਧੂ ਦਾ ਨਾਮ ਵੀ ਹੈਗਾ, ਨਾਲ ਉਹਨਾਂ ਨੇ ਚਰਨਜੀਤ ਸਿੰਘ ਚੰਨੀ ਦਾ ਨਾਮ ਵੀ ਲਿਖਿਆ ਹੈ, ਸੁਖਬੀਰ ਸਿੰਘ ਬਾਦਲ ਦਾ ਨਾਮ ਵੀ ਲਿਖਿਆ ਹੈ, ਸੁਖਦੇਵ ਸਿੰਘ ਢੀਂਡਸਾ ਦਾ ਨਾਮ ਵੀ ਲਿਖਿਆ ਹੈ, ਕੈਪਟਨ ਅਮਰਿੰਦਰ ਸਿੰਘ ਦਾ ਨਾਮ ਵੀ ਲਿਖਿਆ ਉਹਨਾਂ ਨੇ ਟਵੀਟ ਵਿੱਚ। ਸਾਰਿਆਂ ਨੂੰ ਇੱਕ ਬੇਨਤੀ ਕੀਤੀ ਹੈ ਕਿ ਪੰਜਾਬ ਨਾਲ ਬੜਾ ਧੱਕਾ ਹੋ ਰਿਹਾ ਹੈ ਤੇ ਆਪਾਂ ਨੂੰ ਇਸ ਵੇਲੇ ਇਹ ਜਿਹੜੀ ਪੰਜਾਬ ਦੇ ਹੱਕਾਂ ਨੂੰ ਕੁਚਲਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ, ਉਹਨੂੰ ਬਚਾਉਣ ਲਈ ਸਾਰਿਆਂ ਨੂੰ ਇਕੱਠਾ ਹੋਣਾ ਚਾਹੀਦਾ ਹੈ ਤੇ ਇਹਦੇ ਬਾਰੇ ਸਾਨੂੰ ਕੋਈ ਨਾ ਕੋਈ ਇਕੱਠੇ ਹੋ ਕੇ ਇੱਕ ਮੀਟਿੰਗ ਕਰਨੀ ਚਾਹੀਦੀ। ਜਿਹੜੇ ਸਾਡਾ ਆਪਣੇ ਮਤਭੇਦ ਨੇ ਉਹਨਾਂ ਨੂੰ ਭੁੱਲ ਜਾਣਾ ਚਾਹੀਦਾ ਹੈ। ਜਿਹੜੀਆਂ ਸਿਆਸੀ ਆਪਸ ਵਿੱਚ ਜਿਹੜੀਆਂ ਗੱਠਾਂ ਪਈਆਂ ਹੋਈਆਂ ਨੇ ਉਹ ਗੱਠਾਂ ਨੂੰ ਖਤਮ ਕਰਕੇ ਸਾਨੂੰ ਪੰਜਾਬ ਦੇ ਹੱਕਾਂ ਨੂੰ ਬਚਾਉਣ ਲਈ ਇਕੱਤਰ ਹੋਣਾ ਚਾਹੀਦਾ ਹੈ। ਨਾਲ ਮੈਂ ਵੀ ਦੱਸਦਾ ਵੀ ਇਕੱਲਾ ਇਹ ਮਸਲਾ ਨਹੀਂ ਹੈਗਾ, ਉਹਨਾਂ ਨੇ ਹੋਰ ਮਸਲੇ ਵੀ ਉਠਾਏ ਨੇ। ਚੰਡੀਗੜ੍ਹ ਵਿੱਚ ਪਹਿਲਾਂ ਆਮ ਤੌਰ ਤੇ ਪੰਜਾਬ ਤੇ ਹਰਿਆਣਾ ਦੇ ਹੀ ਅਫਸਰ ਲੱਗਦੇ ਸੀ, ਡੈਪੂਟੇਸ਼ਨ ਤੇ ਜਾਂਦੇ ਸੀ ਤੇ ਨਾ ਹੀ ਕੋਈ ਜਿਵੇਂ ਐਸਐਸਪੀ ਪੰਜਾਬ ਤੋਂ ਜਾਂਦਾ ਸੀ, ਡੀਸੀ ਜਿਹੜਾ ਹੁੰਦਾ ਸੀਗਾ ਉਹ ਹਰਿਆਣੇ ਤੋਂ ਆਉਂਦਾ ਸੀਗਾ। ਇਹ ਪੁਰਾਣੀ ਪ੍ਰੈਕਟਿਸ ਚੱਲੀ ਆ ਰਹੀ ਆ। ਪਰ ਹੁਣ ਐਸਐਸਪੀ ਦੇ ਉੱਪਰ ਸੈਂਟਰ ਨੇ ਲਿਆ ਕੇ ਡੀਆਈਜੀ ਲਾਤਾ, ਆਈਜੀ ਲਾਤਾ, ਮਤਲਬ ਡੀਜੀਪੀ ਵਗੈਰਾ ਦੀ ਪੋਸਟ ਵੀ ਕ੍ਰੀਏਟ ਕਰਤੀ ਹੈਗੀ ਹੈ ਤੇ ਨਾਲ ਉਧਰ ਜਿਹੜਾ ਡੀਸੀ ਹੈਗਾ ਉਹਦੇ ਉੱਪਰ ਵੀ ਬਹੁਤ ਸਾਰੀਆਂ ਪੋਸਟਾਂ ਹੈਗੀਆਂ, ਮਤਲਬ ਵੀ ਉਹਦੇ ਵਿੱਚ ਹੋਮ ਸੈਕਟਰੀ ਆ ਗਏ, ਫਰਾਂਸ ਸੈਕਟਰੀ ਆ ਗਏ, ਹੋਰ ਇਸ ਤਰ੍ਹਾਂ ਦਾ ਬਹੁਤ ਕੁਝ ਉੱਪਰ ਹੈਗਾ। ਜਿਹੜੇ ਉਹ ਪੰਜਾਬ ਦੇ ਹਰਿਆਣਾ ਦੇ ਅਫਸਰ ਹੈਗੇ ਨੇ ਉਹਨਾਂ ਦੀ ਕੋਈ ਬਹੁਤੀ ਮਤਲਬ ਪਾਵਰ ਹੀ ਨਹੀਂ ਰਹੀ, ਪਾਵਰਾਂ ਬਹੁਤ ਘਟ ਗਈਆਂ ਨੇ। ਨਾਲ ਦੀ ਨਾਲ ਜਿਹੜੇ ਸੈਂਟਰਲ ਡਿਊਟੀ ਕਾਡਰ ਦੇ ਅਫਸਰ ਹੁੰਦੇ ਨੇ, ਉਹਨੂੰ ਦਾਨਿਸ਼ ਕਹਿੰਦੇ ਨੇ, ਉਸ ਕਾਡਰ ਦੇ ਵੀ ਜਿਹੜੇ ਹੈਗੇ ਨੇ ਆਲ ਇੰਡੀਆ ਕਾਡਰ ਚੋਂ, ਉੱਥੋਂ ਵੀ ਅਫਸਰ ਲਿਆ ਕੇ ਇੱਥੇ ਲਾਏ ਜਾ ਰਹੇ ਨੇ। ਚੰਡੀਗੜ੍ਹ ਵਿੱਚ ਬਹੁਤ ਸਾਰੇ ਆਈਐਸ ਅਫਸਰ ਜਿਹੜੇ ਡਿਊਟੀ ਕਾਡਰ ਦੇ ਹੈਗੇ ਨੇ ਦਿੱਲੀ ਤੋਂ, ਉਹ ਇੱਥੇ ਆ ਕੇ ਲੱਗ ਗਏ ਨੇ। ਉਸ ਦੇ ਬਾਰੇ ਵੀ ਉਹਨਾਂ ਨੇ ਇਤਰਾਜ਼ ਕੀਤਾ ਹੈ ਕਿ ਬਹੁਤ ਪੰਜਾਬ ਦਾ ਜਿਹੜਾ ਹੱਕ ਨੂੰ ਹੌਲੀ ਹੌਲੀ ਘਟਾਇਆ ਜਾ ਰਿਹਾ ਹੈ ਚੰਡੀਗੜ੍ਹ ਵਿੱਚੋਂ। ਪੰਜਾਬ ਦੇ ਜਿਹੜੇ ਜਿਨ੍ਹਾਂ ਨੂੰ ਮਤਲਬ ਜਿਹੜਾ ਕੋਟਾ ਹੈਗਾ ਪੰਜਾਬ ਦਾ 60% ਕੋਟਾ ਇੰਪਲਾਈ ਦਾ ਪੰਜਾਬ ਦਾ ਬਣਦਾ ਇੱਕ ਮੋਟੇ ਜਿਹੇ ਹਿਸਾਬ ਨਾਲ। ਜਿਹੜੀ ਕਿ ਪੁਰਾਣੀ ਜਦੋਂ ਵੰਡ ਹੋਈ ਸੀ, ਰੀਆਰਗੇਨਾਈਜੇਸ਼ਨ ਐਕਟ ਬਣਿਆ ਸੀਗਾ, ਉਹ 'ਚ 60-40 ਦੇ ਹਿਸਾਬ ਨਾਲ ਪੰਜਾਬ ਤੇ ਹਰਿਆਣਾ ਦਰਮਿਆਨ ਜਿਹੜੀ ਅਸੈਟਸ ਦੀ ਵੰਡ ਹੋਈ ਸੀਗੀ, ਉਹੀ ਫਾਰਮੂਲਾ ਮੰਨਿਆ ਜਾ ਰਿਹਾ ਕਿ ਨੌਕਰੀਆਂ ਵਿੱਚ ਹੋਣਾ ਚਾਹੀਦਾ। ਜੇ ਚੰਡੀਗੜ੍ਹ ਵਿੱਚ ਹੁਣ ਅਸੀਂ ਪੰਜਾਬ ਤੋਂ ਬਹੁਤ ਸਾਰੇ ਡਾਕਟਰ ਜਾਂਦੇ ਨੇ, ਬਹੁਤ ਸਾਰੇ ਟੀਚਰ ਜਾਂਦੇ ਨੇ, ਬਹੁਤ ਸਾਰੇ ਅਫਸਰ ਜਿਹੜੇ ਹੈਗੇ ਨੇ ਉਹ ਲੱਗਦੇ ਨੇ, ਡੈਪੂਟੇਸ਼ਨ ਤੇ ਜਾ ਕੇ ਲੱਗਦੇ ਨੇ। ਪਰ ਹੁਣ ਹੌਲੀ ਹੌਲੀ ਉਹ ਘੱਟ ਕੀਤੇ ਜਾ ਰਹੇ ਨੇ। ਕੇਂਦਰ ਸਰਕਾਰ ਹੈ, ਜਿਹੜੀ ਸੈਂਟਰ ਸਰਕਾਰ ਹੈ, ਉਹ ਆਪਣੇ ਅਫਸਰ ਉੱਥੋਂ ਦਿੱਲੀ ਤੋਂ ਲਿਆ ਡਿਊਟੀ ਕੇਡਰ ਦੇ ਇੱਥੇ ਤਾਇਨਾਤ ਕਰੀ ਜਾਂਦੀ ਹੈ। ਪੁਲਿਸ ਵਿੱਚ ਵੀ ਆ ਗਏ ਨੇ ਤੇ ਦੂਸਰੇ ਮਹਿਕਮਿਆਂ ਵਿੱਚ ਵੀ ਆ ਗਏ ਨੇ। ਤਾਂ ਇਸ ਮਸਲੇ ਨੂੰ ਲੈ ਕੇ ਜਿਹੜੀ ਹੈਗੀ ਹੈ ਜਾਖੜ ਸਾਹਿਬ ਨੇ ਗੱਲ ਉਠਾਈ ਹੈ। ਇਕੱਲੇ ਜਾਖੜ ਸਾਹਿਬ ਨੇ ਨਹੀਂ ਉਠਾਈ, ਮੇਰਾ ਖਿਆਲ ਹੈ ਕਿ ਜਾਖੜ ਸਾਹਿਬ ਨੇ ਤਾਂ ਖੈਰ ਮੈਂ ਜਿਹੜੀ ਗੱਲ ਦੱਸੀ ਤੁਹਾਨੂੰ ਕਿ ਉਹਨਾਂ ਨੇ ਸਾਰੀਆਂ ਪਾਰਟੀਆਂ ਨੂੰ ਬੇਨਤੀ ਕੀਤੀ ਹੈ। ਨਾਲ ਭਗਵੰਤ ਮਾਨ ਨੇ ਵੀ ਇਸ ਗੱਲ ਨੂੰ ਮੁੱਦੇ ਨੂੰ ਉਠਾਇਆ ਹੈਗਾ। ਉਹਨਾਂ ਨੇ ਵੀ ਕਿਹਾ ਕਿ ਹਾਂ ਇਹ ਜਿਹੜਾ ਪੰਜਾਬ ਨਾਲ ਧੱਕਾ ਹੋ ਰਿਹਾ ਹੈ, ਖਾਸ ਕਰਕੇ ਉਹਨਾਂ ਨੇ ਜ਼ਿਕਰ ਕੀਤਾ ਹੈ ਜਿਹੜਾ ਭਾਖੜਾ ਬਿਆਸ ਮੈਨੇਜਮੈਂਟ ਬੋਰਡ 'ਚ ਮੈਂਬਰ ਲਾਏ ਜਾ ਰਹੇ ਨੇ, ਉਹਨਾਂ ਨੇ ਵੀ ਕਿਹਾ ਕਿ ਇਹ ਜਿਹੜੀ ਪੁਰਾਣੀ ਸਥਿਤੀ ਹੈ ਉਹੀ ਬਹਾਲ ਰਹਿਣੀ ਚਾਹੀਦੀ ਹੈ। ਪੰਜਾਬ ਦੇ ਹਿੱਤਾਂ ਨੂੰ ਕਿਸੇ ਵੀ ਕਿਸਮ ਦਾ ਨੁਕਸਾਨ ਨਹੀਂ ਪਹੁੰਚਾਇਆ ਜਾਣਾ ਚਾਹੀਦਾ। ਉਹਨਾਂ ਨੇ ਨਾਲ ਜ਼ਿਕਰ ਕੀਤਾ ਕਿ ਉਹ ਕੇਂਦਰ ਸਰਕਾਰ ਵਿੱਚ ਪ੍ਰਧਾਨ ਮੰਤਰੀ ਕੋਲ ਇਹ ਮਸਲਾ ਉਠਾਉਣਗੇ। ਸੰਯੁਕਤ ਸਮਾਜ ਮੋਰਚੇ ਦੇ ਜਿਹੜੇ ਨੇਤਾ ਹੈਗੇ ਨੇ ਬਲਵੀਰ ਸਿੰਘ ਰਾਜੇਵਾਲ, ਉਹ ਵੀ ਹੁਣ ਕਿਉਂਕਿ ਪੋਲੀਟੀਕਲ ਪਾਰਟੀ ਉਹਨਾਂ ਨੇ ਵੀ ਬਣਾ ਲਈ ਹੈ, ਉਹਨਾਂ ਨੇ ਵੀ ਇਸ ਮੁੱਦੇ ਦਾ ਨੋਟਿਸ ਲਿਆ ਤੇ ਉਹਨਾਂ ਨੇ ਵੀ ਕਿਹਾ ਕਿ ਪੁਰਾਣੀ ਸਥਿਤੀ ਨੂੰ ਬਹਾਲ ਕੀਤਾ ਜਾਵੇ। ਜੇ ਨਹੀਂ ਕੀਤਾ ਜਾਏਗਾ ਤਾਂ ਫਿਰ ਅਸੀਂ ਮਤਲਬ ਜਿਹੜਾ ਸੰਘਰਸ਼ ਦੇ ਮੈਦਾਨ ਵਿੱਚ ਉਤਰਾਂਗੇ। ਨਾਲ ਦੂਸਰੀਆਂ ਪਾਰਟੀਆਂ ਦੇ ਵੀ ਇਸ ਮੁੱਦੇ ਤੇ ਰਿਐਕਸ਼ਨ ਆਏ ਨੇ। ਸੋ ਕੁੱਲ ਮਿਲਾ ਕੇ ਆਪਾਂ ਕਹਿ ਸਕਦੇ ਹਾਂ ਕਿ ਪਿਛਲੇ ਜਿਹੜੇ ਕਾਫੀ ਸਮੇਂ ਤੋਂ ਇਸ ਤਰ੍ਹਾਂ ਦੇ ਛੋਟੇ ਛੋਟੇ ਵਾਦ ਵਿਵਾਦ ਜਿਹੜੇ ਚੱਲ ਰਹੇ ਸੀ, ਜਿਹਦੇ ਵਿੱਚ ਚੰਡੀਗੜ੍ਹ ਦੇ ਨੂੰ ਲੈ ਕੇ ਚੱਲ ਰਹੇ ਸੀਗੇ। ਖਾਸ ਨਾਲ ਆਪਾਂ ਪਹਿਲਾਂ ਵੀ ਸਰੋਤਿਆਂ ਨੂੰ ਜਾਣਕਾਰੀ ਦਿੱਤੀ ਸੀਗੀ ਕਿ ਚੰਡੀਗੜ੍ਹ ਵਿੱਚ ਜਿਹੜੀ ਬਿਜਲੀ ਹੈਗੀ ਉਹਦਾ ਨਿੱਜੀਕਰਨ ਕੀਤਾ ਜਾ ਰਿਹਾ ਹੈ ਕਿਉਂਕਿ ਉਹ ਪੁਰਾਣੀ ਕਿਸੇ ਉਹਦੇ ਪਿਛਲੇ ਟੈਂਡਰ ਹੋਏ ਸੀਗੇ, ਉਹ ਟੈਂਡਰ ਰਾਹੀਂ ਮੇਰਾ ਖਿਆਲ ਹੈ ਕਿ ਕਿਸੇ ਪ੍ਰਾਈਵੇਟ ਕੰਪਨੀ ਨੂੰ ਠੇਕਾ ਦੇ ਦਿੱਤਾ ਗਿਆ ਅਗਲੇ 30 ਸਾਲ ਵਾਸਤੇ। ਸਿਰਫ ਲੈਟਰ ਆਫ ਇੰਟੈਂਟ ਜਿਹੜਾ ਹੁੰਦਾ ਹੈ ਉਹ ਮੇਰਾ ਖਿਆਲ ਹੈ ਕਿ ਹੁਣ ਜਾਰੀ ਹੋਣਾ ਸੀਗਾ। ਉਦੋਂ ਬਾਅਦ ਸਾਰੀ ਜਿਹੜੀ ਕਾਰਵਾਈ ਮੁਕੰਮਲ ਹੋਣੀ ਸੀ, ਪਰ ਉਹ ਤੇ ਹਾਲੇ ਤੱਕ ਤਾਂ ਰੋਕ ਲੱਗ ਗਈ ਹੈ ਕਿਉਂਕਿ ਜਿਹੜੇ ਬਿਜਲੀ ਬੋਰਡ ਦੇ ਮੁਲਾਜ਼ਮਾਂ ਨੇ ਚੰਡੀਗੜ੍ਹ ਵਿੱਚ ਹੜਤਾਲ ਕਰਤੀ ਸੀ ਤੇ ਇਹਨਾਂ ਨੂੰ ਪੰਜਾਬ ਦੇ ਜਿਹੜੀਆਂ ਪੋਲੀਟੀਕਲ ਪਾਰਟੀਆਂ ਨੇ ਵੀ ਸਪੋਰਟ ਕੀਤਾ ਸੀਗਾ। ਉਸ ਤੋਂ ਬਾਅਦ ਚੰਡੀਗੜ੍ਹ 'ਚ ਬੱਤੀ ਗੁੱਲ ਰਹੀ ਤੇ ਉਹਦੇ ਕਰਕੇ ਮਤਲਬ ਵੀ ਹੁਣ ਮੇਰਾ ਖਿਆਲ ਹੈ ਕਿ ਕੁਝ ਦਿਨਾਂ ਲਈ ਤਾਂ ਇਹ ਮਸਲਾ ਜਿਹੜਾ ਹੈਗਾ ਰੁਕ ਗਿਆ ਹੈ। ਹਾਈ ਕੋਰਟ 'ਚ ਕੇਸ ਚੱਲਦਾ ਹੈ, ਹਾਈ ਕੋਰਟ ਇਹਦੇ ਬਾਰੇ ਕੀ ਰੁਖ ਅਪਣਾਉਂਦੀ ਹੈ, ਕੀ ਕਹਿੰਦੀ ਹੈ, ਉਸ ਤੋਂ ਬਾਅਦ ਹੀ ਫਿਰ ਅਗਲੀ ਗੱਲ ਜਿਹੜੀ ਹੈਗੀ ਸਾਹਮਣੇ ਆਏਗੀ। ਪਰ ਪੋਲੀਟੀਕਲ ਲੈਵਲ ਤੇ ਜ਼ਰੂਰ ਇਹ ਮਸਲਾ ਗਰਮ ਹੋ ਗਿਆ
ਤੋ ਜਿਹੜੀ ਜਾਖੜ ਸਾਹਿਬ ਦੀ ਅਪੀਲ ਹੈ, ਮੇਰਾ ਖਿਆਲ ਹੈ ਕਿ ਅੱਜ ਕੋਈ ਨਾ ਕੋਈ ਰਿਐਕਸ਼ਨ ਉਹਤੇ ਜ਼ਰੂਰ ਪੋਲੀਟੀਕਲ ਪਾਰਟੀਆਂ ਵੱਲੋਂ ਆਏਗਾ, ਕੋਈ ਨਾ ਕੋਈ ਉਹਤੇ ਗਾਹਾਂ ਜਿਹੜੀ ਗੱਲ ਹੈ ਅੱਗੇ ਤੁਰੇਗੀ ਜੀ। ਸਰਬਜੀਤ ਧਾਲੀਵਾਲ ਜੀ, ਹੁਣ ਸਾਨੂੰ ਇਹ ਦੱਸੋ ਵੀ ਜੋ ਰਸ਼ੀਆ ਨੇ ਯੂਕਰੇਨ ਤੇ ਅਟੈਕ ਕੀਤਾ ਹੈ, ਯੂਕਰੇਨ ਦੇ ਵਿੱਚ ਬਹੁਤ ਸਾਰੇ ਭਾਰਤ ਦੇ ਬੱਚੇ ਸੀ ਜਿਨ੍ਹਾਂ ਨੂੰ ਲੈ ਕੇ ਮੈਂ ਟੀਵੀ ਚੈਨਲਾਂ ਤੇ ਵੇਖ ਰਿਹਾ ਸੀ ਕਿ ਕਿਸ ਤਰ੍ਹਾਂ ਮਾਪੇ ਵਰਿਣ ਨੇ ਜਿਨ੍ਹਾਂ ਦੇ ਬੱਚੇ ਉੱਥੇ ਫਸੇ ਹੋਏ ਨੇ। ਇਸ ਵੇਲੇ ਕੀ ਸਥਿਤੀ ਹੈ? ਕੀ ਬੱਚੇ ਵਾਪਸ ਪਹੁੰਚ ਗਏ ਨੇ ਜਾਂ ਉੱਥੇ ਹੀ ਕਿਸੇ ਸੁਰੱਖਿਅਤ ਥਾਂ ਤੇ ਪਹੁੰਚਾ ਦਿੱਤੇ ਗਏ ਨੇ? ਇਸ ਬਾਰੇ ਅਪਡੇਟ ਦਿਓ। ਹਾਲੇ ਤੱਕ ਬੱਚਾ ਦੇਖੋ ਕੋਈ ਆਇਆ ਤਾਂ ਨਹੀਂ ਵਾਪਸ। ਕੁਝ ਬੱਚੇ ਪਹਿਲਾਂ ਜਿਹੜੇ ਆਪਣੇ ਆਪ ਆ ਗਏ ਸੀਗੇ, ਉਹ ਪਹਿਲਾਂ ਹੀ ਕੁਝ ਦਿਨ ਪਹਿਲਾਂ ਹੀ ਆ ਗਏ ਸੀ, ਜਦੋਂ ਲੜਾਈ ਲੱਗੀ ਨਹੀਂ ਸੀ ਜਾਂ ਲੱਗ ਜੇ ਰਹੀ ਸੀਗੀ ਤਕਰੀਬਨ ਉਹਨਾਂ ਦਿਨਾਂ ਵਿੱਚ ਬਹੁਤ ਸਾਰੇ ਬੱਚੇ ਜਿਹੜੇ ਵਾਪਸ ਆ ਗਏ ਸੀ। ਪਰ ਹਜੇ ਵੀ ਬਹੁਤ ਸਾਰੇ ਬੱਚੇ ਜਿਹੜੇ ਹੈਗੇ ਨੇ ਉੱਥੇ ਫਸੇ ਹੋਏ ਨੇ ਤੇ ਉਹ ਬਾਰ-ਬਾਰ ਆਪਣੀਆਂ ਵੀਡੀਓ ਬਣਾ ਭੇਜ ਰਹੇ ਨੇ। ਪੇਰੈਂਟਸ ਬੜੇ ਪਰੇਸ਼ਾਨ ਨੇ, ਬੜੇ ਉਹ ਉਹਨਾਂ ਨੂੰ ਚਿੰਤਾ ਵਿੱਚ ਫਸੇ ਹੋਏ ਨੇ ਕਿ ਕਦੋਂ ਸਾਡੇ ਬੱਚੇ ਆਉਣਗੇ, ਕਿਉਂਕਿ ਬੱਚਿਆਂ ਨਾਲ ਇਨ ਟੱਚ ਨੇ। ਉੱਥੇ ਹੁਣ ਇਸ ਵੇਲੇ ਖਾਣੇ ਖੂਣੇ ਦੀ ਬੜੀ ਸਮੱਸਿਆ ਆ ਰਹੀ ਹੈ। ਬਹੁਤ ਸਾਰੇ ਜਿਹੜੇ ਮੈਟਰੋ ਸਟੇਸ਼ਨ ਹੈਗੇ ਨੇ ਉਹ ਥੱਲੇ ਹੁੰਦੇ ਨੇ, ਕਿਉਂਕਿ ਉੱਥੇ ਘੱਟ ਖਤਰਾ ਹੁੰਦਾ ਹੈ, ਬੰਬਾਰੀ ਨਹੀਂ ਹੁੰਦੀ, ਉੱਥੇ ਮੁਸ਼ਕਲ ਨਹੀਂ ਆਉਂਦੀ। ਉਹਦੇ ਵਿੱਚ ਵਿਚਾਰੇ ਬੈਠੇ ਨੇ, ਜਾਂ ਕਿਤੇ ਹੋਰ ਇਹੋ ਜਿਹੀਆਂ ਥਾਵਾਂ ਤੇ ਉਹਨਾਂ ਨੇ ਜਿਹੜੇ ਸਾਬੇ ਹੈਗੇ ਨੇ ਉਹਨਾਂ ਵਿੱਚ ਸ਼ੈਲਟਰ ਲਈ ਹੋਈ ਹੈ ਤੇ ਉੱਥੇ ਖਾਣ ਪੀਣ ਦਾ ਪ੍ਰਬੰਧ ਜਿਹੜਾ ਬਿਲਕੁਲ ਨਹੀਂ ਹੈਗਾ। ਹੋਰ ਵੀ ਕਈ ਤਰ੍ਹਾਂ ਦੀਆਂ ਮੁਸ਼ਕਲਾਂ ਆ ਰਹੀਆਂ ਨੇ, ਕਿਉਂਕਿ ਮੇਰਾ ਖਿਆਲ ਹੈ ਕਿ ਰਾਤ ਨੂੰ ਉੱਥੇ ਕਰਫਿਊ ਲੱਗ ਜਾਂਦਾ ਹੈ ਤੇ ਰਾਤ ਨੂੰ ਨਾਲੇ ਬਿਜਲੀ ਵੀ ਨਹੀਂ ਆਉਂਦੀ। ਸੋ ਇਸ ਤਰ੍ਹਾਂ ਦੀਆਂ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਜਦੋਂ ਬਾਰ-ਬਾਰ ਬੱਚੇ ਫੋਨ ਕਰਦੇ ਨੇ ਤਾਂ ਫਿਰ ਪੇਰੈਂਟਸ ਦੀ ਚਿੰਤਾ ਹੋਰ ਵੀ ਵੱਧ ਜਾਂਦੀ ਹੈ, ਕਦੋਂ ਸਾਡੇ ਬੱਚੇ ਆਉਣਗੇ, ਕਿਉਂਕਿ ਜਿਹੜੀ ਖਬਰ ਇੱਥੇ ਆ ਰਹੀ ਹੈ ਕਿ ਅੱਜ ਸਵੇਰੇ ਜਾਂ ਅੱਜ ਸ਼ਾਮ ਤੱਕ ਜਿਹੜਾ ਹੈਗਾ ਉਹ ਯੂਕਰੇਨ ਦੀ ਜਿਹੜੀ ਰਸ਼ੀਅਨ ਫੌਜਾਂ ਹੈਗੀਆਂ, ਉਹ ਜਿਹੜੀ ਉੱਥੋਂ ਦੀ ਰਾਜਧਾਨੀ ਹੈਗੀ ਕੀਵ ਦੇ ਵਿੱਚ ਅੱਜ ਐਂਟਰ ਕਰ ਜਾਣਗੇ ਤੇ ਉਹ ਸਾਰਾ ਉੱਥੇ ਕਬਜ਼ਾ ਕਰ ਲੈਣਗੇ। ਇਸ ਤਰ੍ਹਾਂ ਦੀਆਂ ਖਬਰਾਂ ਜਿਹੜੀਆਂ ਇੱਥੇ ਆ ਰਹੀਆਂ ਨੇ। ਕੀਵ ਵਿੱਚ ਹੀ ਬਹੁਤ ਸਾਰੇ ਬੱਚੇ ਆਪਣੇ ਹੈਗੇ ਨੇ, ਉੱਥੋਂ ਦੇ ਕਾਲਜਾਂ ਵਿੱਚ ਪੜ੍ਹਦੇ ਨੇ ਜਾਂ ਆਲੇ ਦੁਆਲੇ ਦੇ ਕਾਲਜਾਂ ਵਿੱਚ ਪੜ੍ਹਦੇ ਨੇ। ਇਸ ਕਰਕੇ ਪੇਰੈਂਟਸ ਦੀ ਜਿਹੜੀ ਪਰੇਸ਼ਾਨੀ ਹੋਰ ਵੀ ਵੱਧ ਰਹੀ ਹੈ, ਕਿਉਂਕਿ ਬੰਬਾਰੀ ਲਗਾਤਾਰ ਹੋ ਰਹੀ ਹੈ ਤੇ ਇੱਥੇ ਟੀਵੀ ਤੇ ਜਾਂ ਹੋਰ ਚੈਨਲਾਂ ਰਾਹੀਂ, ਹੋਰ ਸਰੋਤਾਂ ਰਾਹੀਂ ਜਿਹੜੀ ਹੈ ਬਹੁਤ ਸਾਰੀ ਜਾਣਕਾਰੀ ਇੱਥੇ ਮਿਲ ਰਹੀ ਹੈ ਕਿ ਕਿਸ ਤਰ੍ਹਾਂ ਉੱਥੇ ਬਿਲਡਿੰਗਾਂ ਦਾ ਨੁਕਸਾਨ ਹੋ ਰਿਹਾ ਹੈ, ਕਿਸ ਤਰ੍ਹਾਂ ਸਿਵਲੀਅਨ ਦਾ ਨੁਕਸਾਨ ਹੋ ਰਿਹਾ, ਕਿਸ ਤਰ੍ਹਾਂ ਫੌਜੀ ਮਾਰੇ ਜਾ ਰਹੇ ਨੇ। ਸੋ ਕੁਦਰਤੀ ਹੈਗਾ ਕਿ ਮਾਂ ਪਿਓ ਦੀ ਚਿੰਤਾ ਇਹੋ ਜਿਹੇ ਹਾਲਾਤ ਵਿੱਚ ਵੱਧਦੀ ਹੈ, ਜਿੰਨ ਚਿਰ ਬੱਚੇ ਵਾਪਸ ਨਹੀਂ ਮੁੜਦੇ। ਅੱਜ ਮੇਰਾ ਖਿਆਲ ਹੈ ਕਿ 2-3 ਫਲਾਈਟਾਂ ਆਉਣ ਦੀ ਆਸ ਹੈਗੀ। ਜਿਹੜੇ ਉੱਥੋਂ ਕੁਝ ਬੱਚੇ ਜਿਹੜੇ ਹੈਗੇ ਨੇ ਐਮਬੈਸੀ ਰਾਹੀਂ ਜਾਂ ਹੋਰ ਮਤਲਬ ਕੰਟੈਕਟ ਕਰਕੇ ਉਹਨਾਂ ਨੂੰ ਰੋਮਾਨੀਆ ਤੇ ਕੀਂਦਾ ਨਾਲ ਹੰਗਰੀ ਵਿੱਚ ਮੇਰਾ ਖਿਆਲ ਹੈ ਕਿ ਲਿਆਂਦਾ ਗਿਆ ਹੈ। ਉਹ ਉੱਥੇ ਰੋਮਾਨੀਆ ਤੇ ਹੰਗਰੀ ਤੋਂ ਆ ਕੇ ਮਤਲਬ ਫਲਾਈਟਾਂ ਲੈਣਗੇ। ਉੱਥੇ ਬੁਡਾਪੈਸਟ ਵਗੈਰਾ ਵਿੱਚ ਮੇਰਾ ਖਿਆਲ ਹੈ ਕਿ ਅੱਜ 2-3 ਫਲਾਈਟਾਂ ਜਾਣਗੀਆਂ। ਸ਼ਾਮ ਤੱਕ ਕੁਛ ਨਾ ਕੁਛ ਬੱਚਿਆਂ ਦੇ ਅੱਜ ਆਉਣ ਦੀ ਸੰਭਾਵਨਾ ਲੱਗ ਰਹੀ ਹੈ। ਪਰ ਬੱਚਿਆਂ ਦੀ ਗਿਣਤੀ ਬਹੁਤ ਜ਼ਿਆਦਾ, ਇਕੱਲੇ ਪੰਜਾਬ ਦੇ ਬੱਚੇ ਨਹੀਂ, ਹਰਿਆਣੇ ਦੇ ਬਹੁਤ ਸਾਰੇ ਬੱਚੇ ਨੇ, ਨਾਲ ਜਿਹੜੇ ਤਾਮਿਲਨਾਡੂ, ਗੁਜਰਾਤ ਵਗੈਰਾ ਦੇ ਬਹੁਤ ਸਾਰੇ ਬੱਚੇ ਹੈਗੇ ਨੇ। ਸੋ ਇਕੱਲੀ ਚਿੰਤਾ ਪੰਜਾਬ ਦੇ ਪੇਰੈਂਟਸ ਦੀ ਨਹੀਂ, ਹਰਿਆਣਾ ਦੇ ਪੇਰੈਂਟਸ ਦੀ ਵੀ ਹੈਗੀ। ਮਾਂ ਪਿਓ ਨੂੰ ਇਸ ਗੱਲ ਦਾ ਫਿਕਰ ਲੱਗਿਆ ਹੋਇਆ ਹੈ। ਅੱਜ ਪੰਜਾਬ ਸਰਕਾਰ ਨੇ ਵੀ ਆਪਣਾ ਇੱਕ ਕੰਟਰੋਲ ਰੂਮ ਸਥਾਪਿਤ ਕੀਤਾ ਹੈਗਾ, ਨਾਲ ਉਹਨਾਂ ਨੇ ਫੋਨ ਨੰਬਰ ਵਗੈਰਾ ਦਿੱਤੇ ਨੇ। ਦਿੱਲੀ ਵੀ ਉਹਨਾਂ ਨੇ ਸੰਪਰਕ ਕੀਤਾ ਹੈ। ਜਿਹੜੇ ਪੰਜਾਬ ਦੇ ਮੁੱਖ ਮੰਤਰੀ ਹੈਗੇ ਚਰਨਜੀਤ ਸਿੰਘ ਚੰਨੀ ਜਿਹੜੇ ਹੈਗੇ, ਉਹਨਾਂ ਨੇ ਵੀ ਚਿੱਠੀ ਲਿਖੀ ਹੈ ਕੇਂਦਰ ਸਰਕਾਰ ਨੂੰ ਕਿ ਸਾਡੇ ਬੱਚਿਆਂ ਨੂੰ ਜਲਦੀ ਤੋਂ ਜਲਦੀ ਵਾਪਸ ਲਿਆਉਣ ਦੀ ਜਿਹੜੀ ਹੈਗੀ ਹੈ ਕਾਰਵਾਈ ਸ਼ੁਰੂ ਕੀਤੀ ਜਾਵੇ। ਸੋ ਮੈਨੂੰ ਲੱਗਦਾ ਕਿ ਜਿਹੜੇ ਕੇਂਦਰ ਸਰਕਾਰ ਨੇ ਵੀ ਕਿਹਾ ਕਿ ਅਸੀਂ ਸਾਰੇ ਬੱਚਿਆਂ ਨੂੰ ਫ੍ਰੀ ਲੈ ਕੇ ਆਵਾਂਗੇ, ਕਿਸੇ ਤੋਂ ਕੁਝ ਚਾਰਜ ਨਹੀਂ ਕਰਾਂਗੇ। ਪਹਿਲਾਂ ਇੱਕ ਰੌਲਾ ਪੈ ਗਿਆ ਸੀਗਾ ਕਿ ਜੀ ਟਿਕਟਾਂ ਏਅਰ ਇੰਡੀਆ ਨੇ ਬਹੁਤ ਟਿਕਟਾਂ ਵਧਾਤੀਆਂ। ਜਿਹੜੀ ਟਿਕਟ ਆਮ ਤੌਰ ਤੇ 25-30 ਹਜ਼ਾਰ ਦੀ ਮਿਲ ਜਾਂਦੀ ਸੀ, ਉਹ ਕਈ ਬੱਚਿਆਂ ਨੂੰ 70-70 ਹਜ਼ਾਰ ਰੁਪਏ ਦੀ ਟਿਕਟ ਲੈ ਕੇ ਵਾਪਸ ਆਉਣਾ ਪਿਆ। ਸੋ ਇਸ ਕਰਕੇ ਵੀ ਪੇਰੈਂਟਸ ਜਿਹੜੇ ਸੀਗੇ ਪਰੇਸ਼ਾਨ ਸੀਗੇ ਕਿ ਇੱਕ ਤਾਂ ਸਾਡੇ ਬੱਚੇ ਸੰਕਟ 'ਚ ਫਸੇ ਹੋਏ ਨੇ, ਦੂਸਰਾ ਉਹਨਾਂ ਨੂੰ ਪੈਸੇ ਵੀ ਵੱਧ ਖਰਚਣੇ ਪੈ ਰਹੇ ਨੇ। ਜਦੋਂ ਇਹੋ ਜਿਹੀ ਸੰਕਟ ਦੀ ਘੜੀ ਹੁੰਦੀ ਹੈ ਤਾਂ ਆਮ ਤੌਰ ਤੇ ਸਰਕਾਰਾਂ ਦਾ ਕੰਮ ਹੁੰਦਾ ਹੈ ਕਿ ਲੋਕਾਂ ਦੀ ਮਦਦ ਵਿੱਚ ਆਏ। ਤਾਂ ਮੇਰਾ ਖਿਆਲ ਹੈ ਕਿ ਜਦੋਂ ਇੱਕ ਕ੍ਰਿਟਿਸਿਜ਼ਮ ਹੋਇਆ, ਲੋਚਨਾ ਹੋਈ ਕੇਂਦਰ ਸਰਕਾਰ ਦੀ ਕਿ ਕਿਉਂ ਨਹੀਂ ਉਹ ਮੁਫਤ ਜਹਾਜ਼ ਭੇਜਦੀ, ਕਿਉਂ ਨਹੀਂ ਮੁਫਤ ਬੱਚਿਆਂ ਨੂੰ ਲੈ ਕੇ ਆਉਂਦੀ, ਤਾਂ ਉਸ ਤੋਂ ਬਾਅਦ ਕੇਂਦਰ ਸਰਕਾਰ ਦਾ ਬਿਆਨ ਹੁਣ ਆ ਗਿਆ ਹੈ ਕਿ ਅਸੀਂ ਸਾਰੇ ਬੱਚਿਆਂ ਨੂੰ ਫ੍ਰੀ ਵਾਪਸ ਲੈ ਕੇ ਆਵਾਂਗੇ, ਕਿਸੇ ਬੱਚੇ ਤੋਂ ਕੋਈ ਵੀ ਚਾਰਜ ਨਹੀਂ ਕਰਾਂਗੇ। ਮੈਨੂੰ ਲੱਗਦਾ ਕਿ ਅੱਜ ਸ਼ਾਮ ਤੱਕ ਸੰਭਾਵਨਾ ਹੈ ਕਿ ਕਾਫੀ ਬੱਚੇ ਮੁੜ ਆਉਣ ਦੀ ਸੰਭਾਵਨਾ ਹੈਗੀ, ਕਿਉਂਕਿ ਬੱਚਿਆਂ ਦੀ ਗਿਣਤੀ ਬਹੁਤ ਜ਼ਿਆਦਾ ਹੈ ਤੇ ਕਈ ਫਲਾਈਟਾਂ ਹੋਰ ਭੇਜਣੀਆਂ ਪੈਣਗੀਆਂ। 2-3 ਫਲਾਈਟਾਂ ਨਾਲ ਨਹੀਂ ਸਰਨਾ ਕੰਮ ਜੀ। ਇੱਕ ਹੋਰ ਵਧੀਆ
ਜੋ ਜਾਣਕਾਰੀ ਤੋਂ ਲੈਣਾ ਚਾਹਾਂਗੇ ਕਿ ਕੋਈ ਪਿੰਡ ਹੈ ਕਾਲ ਝਰਾਣੀ, ਕਹਿੰਦੇ ਇਸ ਪਿੰਡ ਦੇ ਲੋਕਾਂ ਨੇ ਨਸ਼ੇ ਵੇਚਣ ਵਾਲਿਆਂ ਦੀਆਂ ਲੱਤਾਂ ਤੋੜਨ ਦਾ ਫੈਸਲਾ ਕੀਤਾ ਹੁਣ, ਤੇ ਪਿੰਡ ਦੇ ਲੋਕਾਂ ਦਾ ਕਹਿਣਾ ਹੈ ਕਿ ਇਸ ਤੋਂ ਬਿਨਾਂ ਕੋਈ ਹੋਰ ਚਾਰਾ ਨਹੀਂ ਰਿਹਾ। ਵੈਸੇ ਜਦੋਂ ਸਰਕਾਰਾਂ ਨਹੀਂ ਕੁਝ ਕਰ ਸਕਦੀਆਂ ਤਾਂ ਫਿਰ ਲੋਕ ਆਪਣੇ ਹੱਥਾਂ ਵਿੱਚ ਇਹ ਸਾਰਾ ਕੁਝ ਲੈ ਲੈਂਦੇ ਨੇ। ਤੇ ਇਹ ਵੀ ਇਸ ਬਾਰੇ ਕੀ ਤੁਹਾਡਾ ਖਿਆਲ ਹੈ, ਤੇ ਇਹ ਵਿਸਥਾਰ ਨਾਲ ਦੱਸੋ ਇਸ ਦੇ ਬਾਰੇ। ਇਹ ਬੜਾ ਮਸ਼ਹੂਰ ਪਿੰਡ ਹੈ ਜੀ, ਬਠਿੰਡੇ ਤੋਂ ਕੋਈ 15 ਕਿਲੋਮੀਟਰ ਹੈਗਾ। ਆਮ ਤੌਰ ਤੇ ਜਦੋਂ ਬਾਦਲ ਸਾਹਿਬ ਮੁੱਖ ਮੰਤਰੀ ਸੀਗੇ ਤਾਂ ਉਹਨਾਂ ਦਾ ਜਿਹੜਾ ਹੈਲੀਕਾਪਟਰ ਉਹ ਕਾਲ ਝਰਾਣੀ ਦੀ ਮੰਡੀ 'ਚ ਹੀ ਉਤਰਦਾ ਸੀ, ਦਾਣਾ ਮੰਡੀ 'ਚ ਬਾਰ-ਬਾਰ ਉੱਥੇ ਯਾਰਡ ਬਣਿਆ ਹੋਇਆ ਹੈ। ਸੋ ਇੱਕ ਤਰ੍ਹਾਂ ਦਾ ਇਹ ਬਾਦਲਾਂ ਨਾਲ ਵੀ ਸੰਬੰਧਿਤ ਪਿੰਡ ਹੈਗਾ, ਬਾਦਲ ਪਰਿਵਾਰ ਨਾਲ ਵੀ ਸੰਬੰਧਿਤ ਹੈਗਾ। ਮੇਰਾ ਖਿਆਲ ਹੈ ਕਿ ਕੁਝ ਬਾਦਲ ਪਰਿਵਾਰ ਦੇ ਬੰਦੇ ਜਿਹੜੇ ਹੈਗੇ ਨੇ ਉਹ ਕਾਲ ਝਰਾਣੀ ਵਿੱਚ ਵੀ ਰਹਿੰਦੇ ਨੇ, ਕੁਝ ਬਾਦਲ ਰਹਿੰਦੇ ਨੇ। ਬਾਦਲ ਕਾਲ ਝਰਾਣੀ ਤੋਂ ਥੋੜੀ ਦੂਰ ਤੇ ਹੀ ਹੈ। ਸੋ ਇਸ ਪਿੰਡ ਦੀ ਜਿਹੜੀ ਪੰਚਾਇਤ ਹੈਗੀ ਉਹਨਾਂ ਨੇ ਕੱਲ ਫੈਸਲਾ ਕੀਤਾ, ਕੱਲ ਜਾਂ ਪਰਸੋਂ ਫੈਸਲਾ ਕੀਤਾ ਕਿ ਅਸੀਂ ਨਸ਼ਿਆਂ ਦੇ ਜਿਹੜੇ ਵਪਾਰੀ ਹੈਗੇ, ਨਸ਼ਿਆਂ ਦੇ ਸੌਦਾਗਰ ਹੈਗੇ ਨੇ, ਉਹਨਾਂ ਤੋਂ ਬਹੁਤ ਤੰਗ ਆ ਗਏ ਆ। ਸਾਡੇ ਪਿੰਡ ਦੇ ਬੱਚਿਆਂ ਨੂੰ, ਜਿਹੜੇ ਨੌਜਵਾਨ ਬੱਚੇ ਨੇ ਉਹ ਬਹੁਤ ਜ਼ਿਆਦਾ ਨਸ਼ਾ ਕਰਨ ਲੱਗੇ ਨੇ। ਜਿਹੜੇ ਨੂੰ ਵੀ ਅਸੀਂ ਇੱਥੋਂ ਫੜਦੇ ਆ, ਜਿਹੜਾ ਨਸ਼ਾ ਵੇਚਣ ਆਉਂਦਾ ਹੈ, ਉਹਨੂੰ 2-3 ਦਿਨਾਂ ਬਾਅਦ ਪੁਲਿਸ ਛੱਡ ਦਿੰਦੀ ਹੈ, ਤੇ ਇਸ ਕਰਕੇ ਅਸੀਂ ਬਹੁਤ ਤੰਗ ਆ। ਤਾਂ ਫਿਰ ਕੱਲ ਉੱਥੇ ਲੇਡੀ ਸਰਪੰਚ ਹੈ, ਇਹ ਵੀ ਮੈਂ ਗੱਲ ਦੱਸਣੀ ਚਾਹੁੰਦਾ ਕਿ ਜਿਹੜੀ ਉੱਥੇ ਸਰਪੰਚ ਹੈ ਪਿੰਡ ਦੀ, ਉਹ ਵੀ ਇੱਕ ਔਰਤ ਹੈ। ਉਹਨੇ ਫਿਰ ਸਾਰੀ ਪਿੰਡ ਦੀ ਪੰਚਾਇਤ ਬੁਲਾਈ, ਪੰਚਾਇਤ ਬੁਲਾ ਕੇ ਉਹਨਾਂ ਨੇ ਫੈਸਲਾ ਕੀਤਾ ਕਿ ਅੱਗੇ ਤੋਂ ਅਸੀਂ ਪੁਲਿਸ ਨੂੰ ਨਹੀਂ ਫੜਾਵਾਂਗੇ, ਜਿਹੜਾ ਵੀ ਬੰਦਾ ਅਸੀਂ ਫੜ ਲਿਆ ਉਹਦੀਆਂ ਲੱਤਾਂ ਤੋੜਾਂਗੇ। ਸੋ ਇਹ ਮਸਲਾ ਜਿਹੜਾ ਹੈਗਾ ਫਿਰ ਉਸ ਤੋਂ ਬਾਅਦ ਇੱਕੋ ਦਮ ਹੀ ਖਿਲਰ ਗਿਆ, ਤੇ ਨਾਲ ਦੀ ਨਾਲ ਪੁਲਿਸ ਨੂੰ ਜਦੋਂ ਪਤਾ ਲੱਗਿਆ ਤਾਂ ਕੱਲ ਉੱਥੇ ਅਮਰੀਤ ਕੌਂਡਲ ਹੈਗੇ ਨੇ ਐਸਐਸਪੀ, ਉਹਨਾਂ ਨੇ ਆਪਣੇ ਮੇਰਾ ਖਿਆਲ ਹੈ ਕਿ ਦੋ ਡੀਐਸਪੀਆਂ ਦੀ ਡਿਊਟੀ ਲਾਈ ਕਿ ਤੁਸੀਂ ਜਾਓ ਪਿੰਡ ਦੇ ਲੋਕਾਂ ਨੂੰ ਸਮਝਾਓ ਕਿ ਉਹ ਆਪਣੇ ਹੱਥ ਵਿੱਚ ਕਾਨੂੰਨ ਨਾ ਲੈਣ, ਕਿਉਂਕਿ ਇਸ ਨਾਲ ਤਾਂ ਮਤਲਬ ਵੀ ਸਥਿਤੀ ਬਹੁਤ ਖਰਾਬ ਹੋ ਜਾਏਗੀ ਜੇ ਕਾਨੂੰਨ ਆਪਣੇ ਹੱਥ ਵਿੱਚ ਲਿਆ। ਉਹਨਾਂ ਨੇ ਕਿਹਾ ਕਿ ਪੁਲਿਸ ਜਿਹੜੀ ਹੈਗੀ ਪੂਰੀ ਮਦਦ ਕਰੇਗੀ ਤੁਹਾਡੀ, ਤੇ ਨਾਲ ਮੇਰਾ ਖਿਆਲ ਹੈ ਕਿ ਉੱਥੇ ਉਹਨੇ ਪਰਮਾਨੈਂਟ ਡਿਊਟੀ ਵੀ ਲਾ ਦਿੱਤੀ ਗਈ ਹੈ। ਤੇ ਇਹ ਵੀ ਪਤਾ ਲੱਗਿਆ ਕਿ ਜਿਹੜਾ ਉੱਥੇ ਸੰਗਤ ਮੰਡੀ 'ਚ ਪੈਂਦਾ ਇਹ ਪਿੰਡ, ਸੰਗਤ ਮੰਡੀ ਦਾ ਜਿਹੜਾ ਐਸਐਚਓ ਹੈਗਾ ਉਹਦੇ ਅੰਡਰ ਆਉਂਦਾ ਇਹ ਪਿੰਡ, ਤੇ ਸੰਗਤ ਮੰਡੀ ਦੇ ਐਸਐਚਓ ਤੋਂ ਵੀ ਜਵਾਬ ਤਲਬੀ ਕੀਤੀ ਜਾ ਰਹੀ ਹੈ ਕਿ ਪਿੰਡ ਦੇ ਲੋਕਾਂ ਨੇ ਇਸ ਤਰ੍ਹਾਂ ਦਾ ਫੈਸਲਾ ਲਿਆ ਕਿਉਂ ਇਹਨਾਂ ਨੂੰ ਇਸ ਤਰ੍ਹਾਂ ਦੇ ਫੈਸਲੇ ਤੇ ਪਹੁੰਚਣਾ ਪਿਆ, ਇਸ ਤਰ੍ਹਾਂ ਦੀ ਕਾਰਵਾਈ ਕਰਨ ਵਾਸਤੇ ਮਜਬੂਰ ਹੋਣਾ ਪੈ ਰਿਹਾ ਹੈ। ਤੇ ਉਹ ਪਿੰਡ ਮੇਰਾ ਖਿਆਲ ਹੈ ਕਿ ਐਸਐਸਪੀ ਨੇ ਐਸਐਚਓ ਨੂੰ ਨੋਟਿਸ ਦਿੱਤਾ ਹੈ ਕਿ ਤੂੰ ਆਪਣੀ ਐਕਸਪਲੇਨੇਸ਼ਨ ਮੰਗੀ ਹੈ ਕਿ ਤੂੰ ਆਪਣਾ ਇਹ ਤੇ ਜਵਾਬ ਦੇ ਇਸ ਬਾਰੇ। ਸੋ ਗੱਲ ਇਸ ਤਰ੍ਹਾਂ ਦੀ ਹੈਗੀ ਕਿ ਉਸ ਇਲਾਕੇ ਵਿੱਚ ਨਸ਼ੇ ਦਾ ਬਹੁਤ ਜ਼ਿਆਦਾ ਮਤਲਬ ਵੀ ਵਰਤਾਰਾ ਚੱਲ ਰਿਹਾ ਹੈ। ਬਹੁਤ ਸਾਰੇ ਜਿਹੜੇ ਬੱਚੇ ਹੈਗੇ ਨੇ ਉਹਨਾਂ ਦੀਆਂ ਡੈਥਸ ਹੋ ਚੁੱਕੀਆਂ ਨੇ। ਮੇਰਾ ਖਿਆਲ ਹੈ ਕਿ ਪਿਛਲੇ 6 ਮਹੀਨਿਆਂ ਦੇ ਅੰਦਰ ਹੀ ਤਕਰੀਬਨ ਉਸ ਇਲਾਕੇ ਵਿੱਚ, ਉਹਨਾਂ ਪਿੰਡਾਂ ਵਿੱਚ ਹੀ ਘੱਟੋ ਘੱਟ 20 ਜਿਹੜੀ ਹੈਗੀਆਂ ਮੌਤਾਂ ਦੀ ਪਤਾ ਲੱਗਿਆ ਨਸ਼ਿਆਂ ਕਾਰਨ, ਜਿਹੜੇ ਨੌਜਵਾਨਾਂ ਦੀ ਡੈਥ ਹੋਈ ਹੈ। ਇਹ ਤਾਂ ਜਿਹੜੀਆਂ ਰਿਕਾਰਡ ਤੇ ਨੇ ਉਹਨਾਂ ਦੀ ਮੈਂ ਗੱਲ ਕਰ ਰਿਹਾ। ਇਸ ਤੋਂ ਬਿਨਾਂ ਕਈ ਵਾਰੀ ਬਹੁਤ ਸਾਰੀਆਂ ਜਿਹੜੀਆਂ ਮੌਤਾਂ ਹੁੰਦੀਆਂ ਨੇ ਰਿਕਾਰਡ ਤੇ ਵੀ ਨਹੀਂ ਆਉਂਦੀਆਂ, ਕਿਉਂਕਿ ਪੇਰੈਂਟਸ ਆਮ ਤੌਰ ਤੇ ਫਿਰ ਸੰਸਕਾਰ ਕਰਦੇ ਨੇ। ਪਿੰਡ ਦੇ ਲੋਕ ਵੀ ਕਹਿੰਦੇ ਨੇ ਵੀ ਜੇ ਪੁਲਿਸ ਕੋਲ ਜਾਓਗੇ ਦੱਸੋਗੇ ਤਾਂ ਹੋਰ ਇੱਕ ਨਵਾਂ ਪੰਗਾ ਖੜਾ ਹੋ ਜਾਊਗਾ। ਪੁਲਿਸ ਵਾਲੇ ਪੁੱਛਣਗੇ ਵੀ ਕਿਵੇਂ ਮੌਤ ਹੋਈ, ਫਿਰ ਉਹ ਪੋਸਟਮਾਰਟਮ ਕਰਾਉਣਗੇ, ਪੇਰੈਂਟਸ ਦੇ ਹੋਰ ਫੈਸਲੇ ਲੱਗਣ ਨੂੰ ਥਾਂ ਹੋ ਜਾਂਦਾ ਹੈ। ਤਾਂ ਆਮ ਤੌਰ ਤੇ ਹੁੰਦਾ ਪਿੰਡਾਂ ਵਿੱਚ ਕਿ ਭਾਈਚਾਰੇ ਵਿੱਚ ਕਿ ਤੁਸੀਂ ਚੁੱਪਚਾਪ ਆਪਦਾ ਸੰਸਕਾਰ ਕਰ ਦਿਓ, ਪਰ ਕੁਝ ਮੌਤਾਂ ਜਿਹੜੀਆਂ ਹੈਗੀਆਂ ਰਿਕਾਰਡ ਤੇ ਆਈਆਂ ਨੇ। ਤਾਂ ਇਹ ਸਾਰਾ ਜਿਹੜਾ ਹੈਗਾ ਕਿ ਉਸ ਇਲਾਕੇ ਵਿੱਚ ਬਹੁਤ ਜ਼ਿਆਦਾ ਮਤਲਬ ਵੀ ਨਸ਼ਿਆਂ ਦਾ ਪ੍ਰਭਾਵ ਬਹੁਤ ਜ਼ਿਆਦਾ ਹੈਗਾ। ਮੁਕਤਸਰ ਦੇ ਕੋਲੇ ਪਿੰਡ ਹੈਗੇ ਨੇ, ਮੋਗੇ ਦੇ ਕੋਲੇ ਕਈ ਪਿੰਡ ਹੈਗੇ ਨੇ ਜਿੱਥੇ ਬੱਚੇ ਬਹੁਤ ਜ਼ਿਆਦਾ ਨਸ਼ੇ ਕਰਦੇ ਨੇ, ਤੇ ਆਮ ਤੌਰ ਤੇ ਖਬਰਾਂ ਇਹਦੇ ਬਾਰੇ ਛਪਦੀਆਂ ਰਹਿੰਦੀਆਂ ਨੇ। ਪੁਲਿਸ ਵਾਲਿਆਂ ਦਾ ਜਿਹੜਾ ਪਿੰਡ ਵਾਲਿਆਂ ਦਾ ਇਤਰਾਜ਼ ਸਭ ਤੋਂ ਵੱਡਾ ਇਹ ਸੀਗਾ ਕਿ ਅਸੀਂ ਬੰਦੇ ਫੜਦੇ ਆ, ਅਸੀਂ ਪੁਲਿਸ ਨੂੰ ਫੜਾ ਦਿੰਦੇ ਆ ਫੜ ਕੇ, ਤੇ ਮਗਰੋਂ ਪਤਾ ਲੱਗਦਾ ਕਿ 2-3 ਦਿਨਾਂ ਬਾਅਦ ਉਹ ਬੰਦਾ ਛੱਡਤਾ ਗਿਆ। ਮਤਲਬ ਇਸ ਤਰ੍ਹਾਂ ਦਾ ਕਿਉਂ ਹੋ ਰਿਹਾ, ਉਹਦੇ ਖਿਲਾਫ ਕਿਉਂ ਨਹੀਂ ਬਣਦੀ ਕਾਰਵਾਈ ਹੁੰਦੀ। ਬਾਕੀ ਆਪਾਂ ਨੂੰ ਪਤਾ ਹੀ ਹੈਗਾ ਕਿ ਜੇ ਪੁਲਿਸ ਚਾਹੇ ਤਾਂ ਮਤਲਬ ਵੀ 2-4 ਦਿਨਾਂ 'ਚ ਹੀ ਨਸ਼ਾ ਖਤਮ ਕਰ ਸਕਦੀ ਹੈ। ਪੁਲਿਸ ਨੂੰ ਸਭ ਪਤਾ ਹੁੰਦਾ ਵੀ ਕਿਹੜੇ ਬੰਦੇ ਨਸ਼ੇ ਵੇਚ ਰਹੇ ਨੇ, ਜੇ ਕਿਹੜੇ ਬੰਦੇ ਇਹਦੇ ਪਿੱਛੇ, ਕਿਹੜੇ ਬੰਦਿਆਂ ਦੀ ਪੋਲੀਟੀਕਲ ਪੈਟਰਨੇਜ ਹੈਗੀ। ਮੇਰਾ ਖਿਆਲ ਤਾਂ ਕਿ ਪਹਿਲਾਂ ਸਭ ਤੋਂ ਜਿਹੜੇ ਪੋਲੀਟੀਕਲ ਪੈਟਰਨੇਜ ਦਿੰਦੇ ਨੇ, ਜਿਹੜੇ ਇਸ ਤਰ੍ਹਾਂ ਦੇ ਫੋਨ ਕਰਦੇ ਨੇ ਵੀ ਇਹਨੂੰ ਛੱਡ ਦਿਓ ਜੀ, ਚਲੋ ਅਗਰ ਇੱਕ ਵਾਰੀ ਇਹਨੂੰ ਮੌਕਾ ਦੇ ਦਿਓ। ਪਹਿਲਾਂ ਤਾਂ ਸਭ ਤੋਂ ਪਹਿਲਾਂ ਦਾ ਕੇਸ ਇਹੋ ਜਿਹੇ ਪੋਲੀਟੀਕਲ ਬੰਦਿਆਂ ਦੇ ਖਿਲਾਫ ਹੀ ਦਰਜ ਹੋਣਾ ਚਾਹੀਦਾ ਹੈ ਕਿ ਤੂੰ ਇਹਦੀ ਸਿਫਾਰਿਸ਼ ਕਿਉਂ ਕੀਤੀ, ਤੇਰੇ ਖਿਲਾਫ ਕਾਰਵਾਈ ਕੀਤੀ ਜਾਵੇ। ਹੁਣ ਜਿੰਨਾ ਚਿਰ ਇਹ ਨਹੀਂ ਹੋਏਗਾ ਤਾਂ ਮੇਰਾ ਖਿਆਲ ਹੈ ਕਿ ਜਿਹੜਾ ਨਸ਼ਿਆਂ ਦਾ ਵਰਤਾਰਾ ਨਹੀਂ ਘਟੇਗਾ। ਪੰਜਾਬ ਵਿੱਚ ਇਹ ਮਸ਼ਹੂਰ ਹੈਗਾ ਕਿ ਇੱਕ ਨੈਕਸਸ ਬਣਿਆ ਹੋਇਆ ਹੈ ਪੋਲੀਟੀਕਲ ਬੰਦਿਆਂ ਦਾ, ਨਸ਼ੇ ਵੇਚਣ ਵਾਲਿਆਂ ਦਾ,
ਜਿਹਦੇ ਕਰਕੇ ਇਹ ਸਾਰਾ ਪੰਜਾਬ ਇਸ ਤਰ੍ਹਾਂ ਦਾ ਹਾਲਾਤ ਦਾ ਸਾਹਮਣਾ ਪੰਜਾਬ ਨੂੰ ਇਹੋ ਜਿਹੇ ਹਾਲਾਤ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਜੀ। ਆਖਰੀ ਖਬਰ ਤੇ ਆਪਾਂ ਚਰਚਾ ਕਰਨਾ ਚਾਹਾਂਗੇ ਕਿ ਜਿਹੜੇ MLA ਸਿਮਰਜੀਤ ਸਿੰਘ ਬੈਂਸ ਹੈ, ਇਹ ਵਿਵਾਦਾਂ 'ਚ ਘਿਰੇ ਰਹਿੰਦੇ ਨੇ, ਇੱਕ ਤੋਂ ਬਾਅਦ ਦੂਜਾ, ਦੂਜੇ ਤੋਂ ਬਾਅਦ ਤੀਜਾ। ਇੱਕ ਹੁਣ ਹੋਰ ਕਿਹੜਾ ਕੇਸ ਆ ਗਿਆ ਜਿਹੜਾ ਲੁਧਿਆਣਾ ਦੀ ਅਦਾਲਤ ਨੇ MLA ਸਿਮਰਜੀਤ ਸਿੰਘ ਬੈਂਸ ਖਿਲਾਫ ਕੇਸ ਦਰਜ ਕਰਨ ਨੂੰ ਕਿਹਾ? ਇਹ ਮਾਮਲਾ ਕੀ ਹੈ ਸਾਰਾ? ਹਾਂ, ਇਹ ਇੱਕ ਹੁਣ ਅਦਾਲਤ ਨੇ ਉੱਥੇ ਜੀ ਕੋਰਟ ਨੇ ਕਿਹਾ ਕਿ ਇਹਦੇ ਖਿਲਾਫ ਇੱਕ ਹੋਰ ਕੇਸ ਦਰਜ ਕਰੋ। ਅਸਲ ਵਿੱਚ ਇੱਕ ਨਹੀਂ, ਤਿੰਨ ਤਰ੍ਹਾਂ ਦੀਆਂ ਪ੍ਰੋਬਲਮਾਂ, ਜਿਹੜੀਆਂ ਕਾਨੂੰਨੀ ਪ੍ਰੋਬਲਮਾਂ ਹੈਗੀਆਂ, ਉਹਨਾਂ ਦਾ ਸਮੱਸਿਆਵਾਂ ਦਾ ਸਾਹਮਣਾ ਸਿਮਰਜੀਤ ਸਿੰਘ ਮਾਨ ਨੂੰ ਕਰਨਾ ਪੈ ਰਿਹਾ ਹੈ ਇਸ ਵੇਲੇ। ਤੇ ਮੇਰਾ ਖਿਆਲ ਹੈ ਕਿ ਉਹਨਾਂ ਦੀਆਂ ਮੁਸ਼ਕਲਾਂ 'ਚ ਵੀ ਕਾਫੀ ਵਾਧਾ ਹੋ ਸਕਦਾ ਆਉਣ ਵਾਲੇ ਦਿਨਾਂ ਵਿੱਚ। ਸਿਮਰਜੀਤ ਸਿੰਘ ਬੈਂਸ ਨੂੰ ਇਹ ਕੇਸ ਕੋਵਿਡ ਬਾਰੇ ਹੈਗਾ। ਉਦੋਂ ਕੋਵਿਡ ਦੇ ਇਹਨਾਂ ਨੇ ਕੋਈ ਜਿਹੜੇ ਨਿਯਮਾਂ ਦੀ ਉਲੰਘਣਾ ਕਰਕੇ ਕੋਈ ਮੇਰਾ ਖਿਆਲ ਹੈ ਕਿ ਰੈਲੀ ਵਗੈਰਾ ਕੀਤੀ ਸੀਗੀ, ਤਾਂ ਜਿਹੜਾ ਕੋਰਟ ਨੇ ਕਿਹਾ ਕਿ ਇਹਨਾਂ ਦੇ ਖਿਲਾਫ ਫਟਾਫਟ FIR ਦਰਜ ਕਰੋ ਤੇ ਇਹਨਾਂ ਦੇ ਖਿਲਾਫ ਕਾਰਵਾਈ ਸ਼ੁਰੂ ਕਰੋ। ਨਾਲ ਦੀ ਨਾਲ ਇੱਕ ਹੋਰ ਕੇਸ ਹੈਗਾ, ਰੇਪ ਦਾ ਕੇਸ ਹੈਗਾ। ਰੇਪ ਦੇ ਕੇਸ ਵਿੱਚ ਇਹਨਾਂ ਨੂੰ ਸੰਮਣ ਭੇਜੇ ਸੀ, ਉਹ ਸੰਮਣ ਜਿਹੜੇ ਹੈਗੇ ਆ ਉਹ ਤਮੀਲ ਨਹੀਂ ਹੋਏ। 2-3 ਵਾਰਾਂ ਸੰਮਣ ਇਸ ਤਰ੍ਹਾਂ ਹੀ ਵਾਪਸ ਆ ਗਏ ਨੇ। ਮਤਲਬ ਕਹਿਤਾ ਜਾਂਦਾ ਕਿ ਜੀ ਉਹ ਤਾਂ ਆਪਣੇ ਪਾਰਟੀ ਦੇ ਕੰਮ ਗਏ ਹੋਏ ਨੇ, ਜਾਂ ਉਹ ਤਾਂ ਘਰੇ ਹੈ ਨਹੀਂ, ਘਰੇ ਨਹੀਂ ਮਿਲੇ, ਜਿਸ ਤਰ੍ਹਾਂ ਕਿ ਆਮ ਆਪਣੇ ਵਰਤਾਰਾ ਪੰਜਾਬ ਵਿੱਚ ਚੱਲਦਾ ਹੀ ਹੈਗਾ। ਸੰਮਣ ਜੋ ਤਮੀਲ ਕਰਨ ਆਉਂਦੇ ਨੇ ਉਹ ਕਿਸੇ ਆਂਢ ਗੁਆਂਢ 'ਚੋਂ ਲਿਖਾ ਲੈਂਦੇ ਨੇ ਕਿ ਜੀ ਉਹ ਤਾਂ ਘਰੇ ਨਹੀਂ ਮਿਲਿਆ। ਸੋ ਮੇਰਾ ਖਿਆਲ ਹੈ ਕਿ ਇਸੇ ਕੇਸ ਵਿੱਚ ਵੀ, ਸਿਮਰਜੀਤ ਸਿੰਘ ਬੈਂਸ ਦੇ ਕੇਸ ਵਿੱਚ ਵੀ ਇਸ ਤਰ੍ਹਾਂ ਹੀ ਹੋਇਆ ਕਿ ਉਹਨਾਂ ਨੂੰ ਸੰਮਣ ਤਮੀਲ ਕਰਨ ਵਾਸਤੇ 2-3 ਵਾਰਾਂ ਭੇਜੇ ਸੀਗੇ। ਉਹ ਹੋਰ ਅਲੱਗ ਕੇਸ ਆ, ਰੇਪ ਕੇਸ, ਉਹਦੇ ਵਿੱਚ ਨਹੀਂ ਸੰਮਣ ਤਮੀਲ ਹੋਏ। ਤੇ ਹੁਣ ਕੋਰਟ ਨੇ ਫਿਰ ਕਿਹਾ ਕਿ ਜੇ ਇਸ ਤਰ੍ਹਾਂ ਨਹੀਂ ਸੰਮਣ ਤਮੀਲ ਨਹੀਂ ਹੋ ਰਹੇ ਤਾਂ ਫਿਰ ਅਖਬਾਰਾਂ 'ਚ ਕਢਾ ਦਿਓ, ਕਿ ਅਖਬਾਰਾਂ 'ਚ ਇੱਕ ਇਸ਼ਤਿਹਾਰ ਪਬਲਿਸ਼ ਕਰੋ ਕਿ ਇਹ ਜਿਹੜੇ ਹੈਗੇ ਇਸ ਤਰੀਕ ਨੂੰ ਕੋਰਟ ਵਿੱਚ ਇੰਨੀ ਤਰੀਕ ਨੂੰ ਪੇਸ਼ ਹੋਵੇ। ਤਾਂ ਮਤਲਬ ਕੋਰਟ ਨੇ ਹੁਣ ਆਪਣੀ ਜਿਹੜੀ ਕਿ ਵਿਧੀ ਵਰਤੀ ਹੈਗੀ ਆ, ਉਹਦੇ 'ਚ ਫਿਰ ਇਹ ਨਹੀਂ ਕਹਿ ਸਕਦਾ ਕਿ ਜੇ ਮੈਨੂੰ ਸੰਮਣ ਨਹੀਂ ਮਿਲੇ। ਇਹਨੂੰ ਪਬਲਿਕ ਨੋਟਿਸ ਕਹਿੰਦੇ ਆ, ਕਿ ਆਪਣਾ ਅਖਬਾਰਾਂ 'ਚ ਪਬਲਿਕ ਨੋਟਿਸ ਛਪ ਜਾਏਗਾ। ਅਕਸਰ ਇਹ ਜੇ ਕੋਰਟ ਚਾਹੇ ਤਾਂ ਇਹ ਵੀ ਕਹਿ ਸਕਦੇ, ਮਨਿਆਦੀ ਵੀ ਕਰਾ ਸਕਦੇ ਆਲੇ ਦੁਆਲੇ ਵਿੱਚ, ਕਿ ਜੀ ਢੋਲ ਰਾਹੀਂ ਮਨਿਆਦੀ ਹੋ ਜਾਂਦੀ ਹੈ ਕਿ ਜੀ ਇਸ ਤਰੀਕ ਨੂੰ ਸਿਮਰਜੀਤ ਸਿੰਘ ਬੈਂਸ ਨੂੰ ਜਿਹੜਾ ਹੈਗਾ ਉੱਥੇ ਅਦਾਲਤ ਵਿੱਚ ਪੇਸ਼ ਹੋਣਾ ਚਾਹੀਦਾ। ਸੋ ਹੁਣ ਕੋਰਟ ਨੇ ਸਖਤ ਨੋਟਿਸ ਲੈਂਦੇ ਹੋਏ ਅਖਬਾਰਾਂ ਵਿੱਚ ਛਪਾਉਣ ਦਾ ਫੈਸਲਾ ਕੀਤਾ ਕਿ ਸੰਮਣਾਂ ਨੂੰ ਅਖਬਾਰਾਂ 'ਚ ਛਪਾਇਆ ਜਾਵੇ ਤੇ ਉਹਨਾਂ ਨੂੰ ਜਿਹੜੀ ਬਣਦੀ ਤਰੀਕ ਹੈਗੀ ਉਸ ਤੇ ਕਹਿੰਦੇ ਅਦਾਲਤ ਵਿੱਚ ਪੇਸ਼ ਹੋਣ ਲਈ ਕਿਹਾ ਜਾਵੇ। ਸੋ ਇਸ ਤਰ੍ਹਾਂ ਆਪਾਂ ਕਹਿ ਸਕਦੇ ਹਾਂ ਕਿ ਲਗਾਤਾਰ ਜਿਹੜੀਆਂ ਹੈਗੀਆਂ ਸਿਮਰਜੀਤ ਸਿੰਘ ਬੈਂਸ ਦੀਆਂ ਮੁਸ਼ਕਲਾਂ 'ਚ ਵਾਧਾ ਹੋ ਰਿਹਾ ਹੈ। ਉਹਨਾਂ ਨੂੰ ਵੀ ਸੁਪਰੀਮ ਕੋਰਟ ਤੱਕ ਜਾਣਾ ਪਿਆ ਸੀ ਕਈ ਕੇਸਾਂ ਵਿੱਚ। ਉੱਥੇ ਜਾ ਕੇ ਉਹਨਾਂ ਨੂੰ ਥੋੜ੍ਹਾ ਜਿਹਾ ਰਿਲੀਫ ਮਿਲ ਗਿਆ ਸੀਗਾ ਕਿ ਕੁਝ ਦਿਨਾਂ ਲਈ ਉਹਨਾਂ ਨੂੰ ਰਾਹਤ ਮਿਲੀ ਸੀ, ਪਰ ਹੁਣ ਟ੍ਰਾਇਲ ਕੋਰਟ ਵਿੱਚ ਫੇਰ ਦੁਬਾਰਾ ਉਹਨਾਂ ਦੀਆਂ ਮੁਸ਼ਕਲਾਂ 'ਚ ਵਾਧਾ ਹੁੰਦਾ ਲੱਗ ਰਿਹਾ ਹੈ ਜੀ। ਧਾਲੀਵਾਲ ਸਾਹਿਬ, ਬਹੁਤ ਬਹੁਤ ਧੰਨਵਾਦ ਖਬਰਾਂ ਸਾਂਝੀਆਂ ਕਰਨ ਲਈ ਸਰ। ਮਿਹਰਬਾਨੀ ਜੀ, ਸ਼ੁਕਰੀਆ।